ਪੰਜਾਬੀ ਪੋਡਕਾਸਟ 'ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਸਿਮਰਨਜੀਤ ਸਿੰਘ ਕੋਟਕਪੂਰਾ। ਸਭ ਦੀਆਂ ਨਿਗਾਹਾਂ ਅੱਜ ਜਲੰਧਰ ਜਿਮਣੀ ਚੋਣ ਦੇ ਨਤੀਜਿਆਂ 'ਤੇ ਟਿਕੀਆਂ ਹੋਈਆਂ ਸੀ। ਸਵੇਰ ਤੋਂ ਹੀ ਸੁਸ਼ੀਲ ਕੁਮਾਰ ਰਿੰਕੂ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਸੀ ਉਹਨਾਂ ਨੇ ਲੀਡ ਬਣਾਈ ਹੋਈ ਸੀ ਅਤੇ ਹੁਣ ਨਤੀਜੇ ਜਿਹੜੇ ਆ ਉਹ ਕਲੀਅਰ ਹੋ ਗਏ ਨੇ। ਆਮ ਆਦਮੀ ਪਾਰਟੀ ਦੀ ਝੋਲੀ ਸੀਟ ਪਈ ਹੈ। ਪਹਿਲਾਂ ਜਿਹੜਾ ਸਮੀਕਰਨ ਚੱਲ ਰਿਹਾ ਸੀ ਕਿ ਕਾਂਗਰਸ ਆਮ ਆਦਮੀ ਪਾਰਟੀ ਦਾ ਮੁਕਾਬਲਾ ਰਹਿਣ ਵਾਲਾ ਅਤੇ ਕਾਂਗਰਸ ਅੱਗੇ ਰਹੂਗੀ, ਇਹ ਸਮੀਕਰਨ ਲਗਾਤਾਰ ਚੱਲ ਰਹੇ ਸੀ ਅਤੇ ਸਮੀਕਰਨ ਬਦਲੇ ਕਿਵੇਂ, ਪਿੱਛੇ ਦੀ ਕਹਾਣੀ ਕੀ ਹੈ, ਇਸ ਦੇ ਉੱਤੇ ਆਪਾਂ ਗੱਲਬਾਤ ਕਰਾਂਗੇ। ਹਮੇਸ਼ਾ ਦੀ ਤਰ੍ਹਾਂ ਰਤਨ ਧਾਲੀਵਾਲ ਮੇਰੇ ਨਾਲ ਰਹਿਣਗੇ। ਰਤਨ, ਜਿਵੇਂ ਪਹਿਲਾਂ ਸਮੀਕਰਨ ਚੱਲ ਰਹੇ ਸੀ ਕਿ ਕਾਂਗਰਸ ਅੱਗੇ ਰਹੂਗੀ ਅਤੇ ਇਹ ਗੱਲ ਖੁਦ ਆਮ ਆਦਮੀ ਪਾਰਟੀ ਵੀ ਮੰਨਦੀ ਆਈ ਆ ਪਹਿਲਾਂ, ਹਾਲਾਂਕਿ ਅੱਜ ਨਤੀਜੇ ਕੁਝ ਹੋਰ ਨਿਕਲੇ ਨੇ। ਜਿਵੇਂ ਆਪਾਂ ਵੀ ਗੱਲ ਕਰਦੇ ਹਾਂ, ਜਿਵੇਂ ਆਪਾਂ ਕਹਿ ਦਈਏ ਵੀ ਮੰਨਦੀ ਆਈ ਆ, ਆਫ ਰਿਕਾਰਡ ਸੀ ਸਾਰਾ ਕੁਛ। ਮੈਂ ਇੱਕ ਇੰਨੀ ਕੁ ਗੱਲ ਕਲੀਅਰ ਕਰਦਾ ਕਿਉਂਕਿ ਬਾਅਦ ਦੇ ਵਿੱਚ ਗੱਲਾਂ ਜਾ ਕੇ ਬਦਲ ਜਾਂਦੀਆਂ। ਪਰ ਜੇ ਆਪਾਂ ਪੌਡਕਾਸਟ ਵਾਲੇ ਸਿਸਟਮ ਦੀ ਗੱਲ ਕਰਦੇ ਹਾਂ, ਆਪਾਂ ਇਹ 'ਚ ਜਿਹੜੀ ਗੱਲ ਕਰਨੀ ਹੈ, ਜਿਵੇਂ ਆਪਾਂ ਪਹਿਲਾਂ ਵੀ 2 ਪੌਡਕਾਸਟ ਕੀਤੇ ਅਤੇ ਉਹਦੇ ਵਿੱਚ ਆਪਾਂ ਕਾਫੀ ਜਿਹੜਾ ਦੂਜੇ ਪਾਸੇ ਨੂੰ ਆਪਾਂ ਕਹਿਤਾ ਸੀ ਵੀ ਝੁਕਾਅ ਗਾ। ਉਹ ਕਿਉਂ ਝੁਕਾਅ ਕਿਹਾ ਸੀਗਾ? ਜਿਹੜੇ ਉੱਥੋਂ ਦੇ ਲੋਕਲ ਪੱਤਰਕਾਰ ਸੀ ਜਾਂ ਲੋਕਲ ਲੋਕ ਸੀ, ਜਾਂ ਜਿਹੜੀ ਗੱਲ ਨਿਕਲ ਕੇ ਆ ਰਹੀ ਸੀ, ਬਹੁਤ ਸਾਰੇ ਫੈਕਟਰ ਸੀਗੇ ਜਿਨ੍ਹਾਂ ਨੂੰ ਲੈ ਕੇ ਇੱਥੋਂ ਤੱਕ ਵੀ ਜਿਹੜੇ ਸਰਵੇਖਣ ਹੋਏ ਸੀ ਉਹਦੇ ਵਿੱਚ ਵੀ ਕਾਂਗਰਸ ਦਾ ਅਪ ਹੈਂਡ ਸੀ। ਪਰ ਜਿਹੜਾ ਅੱਜ ਨਤੀਜਾ ਆਏਗਾ ਉਹ ਕਲੀਨ ਸਵੀਪ ਆ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਵੀ ਇੱਕ ਪਾਸੜ ਹੋ ਗਿਆ। ਜਿਵੇਂ ਪਹਿਲੇ ਆਪਾਂ ਕਹਿ ਦਈਏ ਵੀ ਰਾਊਂਡ ਦੇ ਵਿੱਚ ਕੁਛ 100 ਵੋਟਾਂ ਮੂਹਰੇ ਸੀ, ਫਿਰ 2000 ਵੋਟ ਮੂਹਰੇ ਚਲੇ ਗਏ ਉਹ, ਫਿਰ 3900 ਵੋਟ ਹੋਏ, 5000 ਤਾਂ ਫਿਰ ਲਗਾਤਾਰ ਵੱਧਦੇ 20000 ਤਾਂ ਉਦੋਂ ਬਾਅਦ ਪਲੱਸ 30000 ਹੁੰਦੇ ਗਏ। ਹੁਣ ਇਹਦੇ 'ਚ ਕੀ ਚੀਜ਼ਾਂ ਆਈਆਂ? ਚੀਜ਼ਾਂ ਬਹੁਤ ਆ ਸੋਚਣ ਵਾਲੀਆਂ। ਇੱਕ ਪਾਸੇ ਜਿੱਥੇ ਸੁਸ਼ੀਲ ਕੁਮਾਰ ਰਿੰਕੂ ਜਿੱਤੇ ਤਾਂ ਹੈਗੇ ਨੇ, ਪਰ ਜੇ ਆਪਾਂ 9 ਵਿਧਾਨ ਸਭਾ ਆਪਾਂ ਹਲਕਿਆਂ ਦੀ ਗੱਲ ਕਰਦੇ ਹਾਂ, ਉੱਥੋਂ ਵੀ ਆਮ ਆਦਮੀ ਪਾਰਟੀ ਅਪ ਹੈਂਡ ਰਹੀ ਆ। ਪਰ ਜਿਹੜਾ ਸਾਇਲੈਂਟ ਵੋਟ ਸੀਗਾ, ਜਿਵੇਂ ਆਪਾਂ ਕਰਦੇ ਹਾਂ ਵੀ ਗੱਲ ਵੀ 8,80,000 ਦੇ ਕਰੀਬਨ ਜਿਹੜਾ ਵੋਟ ਆ ਉਹ ਪੋਲ ਹੋਇਆ ਹੈਗਾ, 54% ਵੋਟ ਪੋਲ ਹੋਇਆ ਹੈਗਾ। ਆਪਾਂ ਇੱਕ ਗੱਲ ਜ਼ਰੂਰ ਡਿਸਕਸ ਕਰੀ ਸੀ ਅਤੇ ਇਹ ਹਰ ਇੱਕ ਪਲੇਟਫਾਰਮ ਦੇ ਉੱਤੇ ਡਿਸਕਸ ਹੋਈ ਆ ਵੀ ਜਦੋਂ ਪੋਲਿੰਗ ਘੱਟ ਹੁੰਦੀ ਹੈ ਤਾਂ ਉੱਥੇ ਸੱਤਾਧਰ ਪਾਰਟੀ ਨੂੰ ਫਾਇਦਾ ਹੁੰਦਾ ਗਾ। ਪਰ ਕੁਛ ਚੀਜ਼ਾਂ ਅਜਿਹੀਆਂ ਸੀਗੀਆਂ ਜਿਸ ਨੂੰ ਲੈ ਕੇ ਵਿਰੋਧੀਆਂ ਨੇ ਤੰਜ ਵੀ ਕਸੇ, ਵਿਰੋਧੀ ਬਹੁਤ ਕੁਛ ਬੋਲੇ, ਤਾਂ ਉਹ ਫੈਕਟਰਾਂ ਕਰਕੇ ਲੱਗਦਾ ਸੀ ਵੀ ਕਿਤੇ ਨਾ ਕਿਤੇ ਜਿਹੜੀ ਸੱਤਾਧਰ ਪਾਰਟੀ ਆ ਉਹ ਬੈਕਫੁੱਟ 'ਤੇ ਆ, ਖਾਸ ਕਰਕੇ ਜਦੋਂ ਅਸੀਂ ਸੰਗਰੂਰ ਇਲੈਕਸ਼ਨ ਨੂੰ ਦੇਖਦੇ ਹਾਂ। ਪਰ ਸੰਗਰੂਰੀਆਂ ਦੇ ਬਰਾਬਰ ਜੇ ਜਲੰਧਰ ਵਾਲਿਆਂ ਦੀ ਅਸੀਂ ਗੱਲ ਕਰ ਲਈਏ, ਉੱਥੇ ਜਿਹੜਾ ਉਹਨਾਂ ਦਾ ਸਾਇਲੈਂਟ ਵੋਟ ਆ, ਜਿਹੜਾ ਉਹਨਾਂ ਨੇ ਆਪਦਾ ਮੈਂਡੇਟ ਆ, ਉਹ ਹੋਰ ਹਿਸਾਬ ਨਾਲ ਦਿੱਤਾ। ਜਿਹੜਾ ਸਭ ਤੋਂ ਵੱਡਾ ਫੈਕਟਰ ਇੱਥੇ ਕੰਮ ਹੋਇਆ ਗਾ, ਜਾਂ ਜਿਹੜੇ ਸਭ ਤੋਂ ਵੱਡੇ ਜਿਹੜੇ ਫੈਕਟਰ ਨੇ ਕੰਮ ਕੀਤਾ ਗਾ, ਉਹ ਹੈਗਾ ਗਾ ਬਿਜਲੀ ਬਿੱਲ। ਪਿਛਲੇ 4 ਦਿਨਾਂ ਦੇ ਵਿੱਚ ਜਾਂ 3 ਦਿਨਾਂ ਦੇ ਵਿੱਚ ਮੇਰੀ ਉੱਥੇ ਹੁਣੇ ਇੱਕ ਪੱਤਰਕਾਰ ਦੇ ਨਾਲ ਗੱਲ ਹੋ ਰਹੀ ਸੀ, ਤਾਂ ਉਹ ਕਹਿ ਰਹੇ ਸੀ ਪਿਛਲੇ 4 ਜਾਂ 3 ਦਿਨਾਂ ਦੇ ਵਿੱਚ ਬਿਜਲੀ ਬਿੱਲ ਨੂੰ ਘਰ ਘਰ ਗਲੀ ਗਲੀ ਕਿਵੇਂ ਪ੍ਰਮੋਟ ਕੀਤਾ ਗਿਆ, ਉਸ ਗੱਲ ਨੂੰ ਵੀ ਇਹ ਅਸੀਂ ਜਿਹੜਾ ਗਰੰਟੀ ਆ ਉਹ ਗਰੰਟੀ ਅਸੀਂ ਲਾਗੂ ਕੀਤੀ ਹੈ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਹੋਰ ਵੀ ਗਰੰਟੀਆਂ ਲਾਗੂ ਕਰਾਂਗੀਆਂ। ਕਿਉਂਕਿ ਲੋਕਾਂ ਨੂੰ ਜਦੋਂ 6-6 7-7 ਮਹੀਨਿਆਂ ਦਾ ਬਿੱਲ ਨਹੀਂ ਆਇਆ ਤਾਂ ਉਹ ਫੈਕਟਰ ਕਿਤੇ ਨਾ ਕਿਤੇ ਘੁੰਮਿਆ ਗਾ। ਪਰ ਦੂਜੇ ਪਾਸੇ ਆਪਾਂ ਜਿਹੜੀ ਕਹਿ ਦਈਏ ਵੀ ਤੀਜੇ ਅਤੇ ਚੌਥੇ ਨੰਬਰ ਦੀ ਸੀਗੀ, ਉਹ ਮੁਕਾਬਲਾ ਵੀ ਬੜਾ ਖਤਰਨਾਕ ਸੀਗਾ। ਹਾਲਾਂਕਿ BJP ਆਪਾਂ ਕਹਿ ਦਈਏ ਵੀ 12 ਵਜੇ ਤੱਕ 1 ਵਜੇ ਤੱਕ ਉਹ ਉੱਪਰ ਹੈਂਡ ਰਹੀ, 3000-4000 ਵੋਟ ਹੋ ਅੱਗੇ ਰਹੇ, ਫਿਰ ਇੱਕੋ ਦਮ ਅਕਾਲੀ ਦਲ ਅੱਗੇ ਲੰਘਦਾ ਗਾ। ਪਰ ਕਿਤੇ ਨਾ ਕਿਤੇ BJP ਨੇ ਜਿਹੜਾ ਸਭ ਤੋਂ ਆਪਾਂ ਕਹਿ ਦਈਏ ਵੀ ਨਿਸ਼ਾਨਾ ਲਾਇਆ ਹੈਗਾ, ਉਹ ਕਾਂਗਰਸ ਦੇ ਵੋਟ ਬੈਂਕ 'ਤੇ ਲਾਏਗਾ। ਕਾਂਗਰਸ ਦੇ ਵੋਟ ਬੈਂਕ ਦੇ ਉੱਤੇ BJP ਨੇ ਵੀ ਨਿਸ਼ਾਨਾ ਲਾਇਆ ਗਿਆ ਅਤੇ BSP ਦਾ ਵੀ ਕਿਤੇ ਨਾ ਕਿਤੇ ਕੁਛ ਨਾ ਕੁਛ ਵੋਟ ਆ ਜਿਹੜਾ ਉਹ ਕਾਂਗਰਸ ਦਾ ਕੱਟ ਕੇ ਆਮ ਆਦਮੀ ਪਾਰਟੀ ਵਾਲੇ ਪਾਸੇ ਗਿਆ ਹੈਗਾ, ਜਾਂ ਆਪਾਂ ਕਹਿ ਦਈਏ ਵੀ ਕਾਂਗਰਸ ਦਾ ਕੱਟ ਕੇ ਥੋੜ੍ਹਾ ਬਹੁਤ ਵੋਟ ਉਹ ਅਕਾਲੀ ਦਲ ਨੂੰ ਵੀ ਪਿਆ ਗਾ। ਪਰ ਸਭ ਤੋਂ ਵੱਡਾ ਫੈਕਟਰ ਜਿਹੜਾ BJP ਆ, BJP ਇੰਨੀ ਵੋਟ ਲੈ ਗਈ ਤਾਂ BJP ਨੇ ਦੱਸ ਦਿੱਤਾ ਗਾ ਪੰਜਾਬ ਵਾਲਿਆਂ ਨੂੰ ਵੀ ਅਸੀਂ ਹੈਗੇ ਹਾਂ ਅਤੇ 24 ਦੇ ਵਿੱਚ ਅਸੀਂ ਇੱਕ ਸਖਤ ਮੁਕਾਬਲਾ ਉਹ ਦੇ ਸਕਦੇ ਹਾਂ। ਕਿਉਂਕਿ ਇਹ ਸ਼ਹਿਰੀ ਵੋਟਾਂ ਦੀ ਗੱਲ ਕਰਦੇ ਹਾਂ, ਤੁਸੀਂ ਵੱਡੇ ਸ਼ਹਿਰਾਂ ਦੀ ਗੱਲ ਕਰ ਲਓ, ਜੇ ਲੁਧਿਆਣੇ ਦੀ ਗੱਲ ਕਰ ਲਈਏ, ਆਪਾਂ ਜਲੰਧਰ ਦੀ ਗੱਲ ਕਰ ਲਈਏ, ਅੰਮ੍ਰਿਤਸਰ ਸਾਹਿਬ ਦੀ ਗੱਲ ਕਰ ਲਈਏ, ਜਾਂ ਉਸ ਤੋਂ ਪਾਸੇ ਪਟਿਆਲੇ ਦੀ ਗੱਲ ਕਰ ਲਈਏ, ਅਤੇ ਫਿਰ ਉਦੋਂ ਬਾਅਦ ਆਪਾਂ ਬਠਿੰਡੇ ਦੀ ਜਾਂ ਸੰਗਰੂਰ ਦੀ ਗੱਲ ਕਰ ਲਈਏ, ਉੱਥੇ ਜਿਹੜਾ ਵੋਟ ਬੈਂਕ ਆ, ਖਾਸ ਕਰਕੇ ਆਪਾਂ ਸ਼ਹਿਰੀ ਵੋਟ ਬੈਂਕ ਦੀ ਗੱਲ ਕਰਦੇ ਹਾਂ, ਤਾਂ ਉਹਨਾਂ ਦਾ ਝੁਕਾਅ ਗਾ ਜਿਹੜਾ ਉਹ ਪਿਛਲੇ ਕੁਛ ਮਹੀਨਿਆਂ ਤੋਂ BJP ਦੀ ਬੋਲੀ 'ਚ ਹੋ ਗਿਆ, ਜਾਂ BJP ਕਣੀ ਲੋਕ ਝੁਕਣ ਲੱਗ ਗਏ ਆ। ਪਰ ਜਿਵੇਂ ਤੁਸੀਂ ਗੱਲ ਕੀਤੀ ਆ ਨਾ, ਸੰਗਰੂਰ ਦੀ ਗੱਲ ਕੀਤੀ, ਜਿਵੇਂ ਜਿਹੜੇ ਸੰਗਰੂਰੀਏ ਨੇ, ਜਾਂ ਆਪਾਂ ਕਹਿ ਲਈਏ ਮਾਲਵਾ ਬੈਲਟ ਆ, ਇੱਧਰ ਇਮੋਸ਼ਨਲ ਕਾਡਰ ਜ਼ਿਆਦੇ ਆ, ਇਮੋਸ਼ਨਲ ਵੋਟ, ਇਮੋਸ਼ਨਲ ਵੋਟਰ ਜ਼ਿਆਦੇ, ਇਹਦੇ 'ਚ ਕੋਈ ਸ਼ੱਕ ਨਹੀਂ। ਜਿਹੜੇ ਜਲੰਧਰ ਦੇ ਲੋਕ ਨੇ ਉਹ ਹੋਰ ਤਰੀਕੇ ਨਾਲ ਰਿਐਕਟ ਕੀਤਾ ਉਹਨਾਂ ਨੇ। ਮਤਲਬ ਜੇ ਆਪਾਂ ਜੋ ਚੱਲ ਰਿਹਾ ਸੀ ਕਿ ਚੌਧਰੀਆਂ ਨੂੰ ਸਿੰਪਥੀ ਦੀ ਵੋਟ ਪੈ ਸਕਦੀ ਹੈ, ਹਾਲਾਂਕਿ ਪਈ ਵੀ ਹੋਊਗੀ, ਇਹਦੇ 'ਚ ਕੋਈ ਦੋ ਰਾਏ ਨਹੀਂ ਵੀ ਉਹਨਾਂ ਦੀ ਟੱਕਰ ਜਿਹੜੀ ਲਗਾਤਾਰ ਬਣੀ ਰਹੀ। ਹਾਲਾਂਕਿ ਬਾਅਦ ਦੇ ਵਿੱਚ ਆ ਕੇ ਜਦੋਂ ਲੀਡ ਲੈ ਕੇ ਜਾਂਦੇ ਨੇ ਸੁਸ਼ੀਲ ਰਿੰਕੂ, ਉਹ ਲੀਡ ਜਿਹੜੀ ਆ ਬਹੁਤ ਜ਼ਿਆਦਾ ਬਣ ਜਾਂਦੀ ਆ, ਬਾਅਦ ਦੇ ਵਿੱਚ ਉਹ ਲੀਡ
ਨਹੀਂ ਟੁੱਟਦੀ ਜੀ। ਪਰ ਮੁਕਾਬਲਾ ਜਿਹੜਾ ਫਸਵਾਂ ਸੀ, ਜਿਵੇਂ ਆਪਾਂ ਗੱਲ ਕੀਤੀ ਕਿ ਆਫ ਦੀ ਰਿਕਾਰਡ ਜਿਵੇਂ ਆਮ ਆਦਮੀ ਪਾਰਟੀ ਮੰਨਦੀ ਸੀ ਜਾਂ ਜਿਹੜੇ ਸਰਵੇ ਹੋ ਰਹੇ ਸੀਗੇ ਕਿ ਜਿਸ ਤਰੀਕੇ ਦੇ ਨਾਲ ਕਿ ਕੀ ਅਸੀਂ ਦੂਸਰੇ ਨੰਬਰ 'ਤੇ ਆ ਜਾਵਾਂਗੇ, ਇੱਥੋਂ ਤੱਕ ਜਿਹੜਾ ਗੱਲਾਂ ਚੱਲ ਰਹੀਆਂ ਸੀ ਅੰਦਰ ਖਾਤੇ, ਇੱਦਾਂ ਦੀਆਂ ਗੱਲਾਂ ਵੀ ਹੋਈਆਂ ਅੰਦਰ। ਪਰ ਜਿਵੇਂ ਮੈਂ ਕਿਹਾ ਨਾ ਵੀ ਸੰਗਰੂਰ ਦੀ ਵੋਟ ਜਿਹੜੀ ਉਹ ਇਮੋਸ਼ਨਲ ਵੋਟ ਸੀ ਜਿਹੜੀ ਸਿਮਰਨਜੀਤ ਮਾਨ ਨੂੰ ਪਈ, ਜਿਹੜੀ ਆਮ ਆਦਮੀ ਪਾਰਟੀ ਨੂੰ ਕੱਟ ਕੇ ਸਿਮਰਨਜੀਤ ਮਾਨ ਨੂੰ ਪਈ ਅਤੇ ਘਰਾਚੋਂ ਵਾਲੇ ਸਰਪੰਚ ਨੂੰ ਹੈ ਨਾ ਉਹਨਾਂ ਨੇ ਹਰਾ ਕੇ ਅਤੇ ਫਿਰ ਸਿਮਰਨਜੀਤ ਮਾਨ ਦੇ ਹੱਕ ਜਿਹੜਾ ਫਤਵਾ ਇਹ ਵੀ ਹੈਗਾ ਨਾ। ਮਾਲਵੇ ਦੇ ਵਿੱਚ ਹਮੇਸ਼ਾ ਜਿਹੜਾ ਵੋਟਰ ਆ ਜਾਂ ਮਾਲਵੇ ਦੇ ਵਿੱਚ ਇੱਕ ਰਿਐਕਸ਼ਨ ਹੋਰ ਹਿਸਾਬ ਦਾ ਹੁੰਦਾ ਹੈਗਾ। ਹਾਂ, ਤਾਂ ਆਪਾਂ ਕਹਿ ਦਈਏ ਵੀ ਦੁਆਬੇ ਦੇ ਵਿੱਚ ਉਹ ਰਿਐਕਸ਼ਨ ਹੋਰ ਹਿਸਾਬ ਦਾ ਸਾਇਲੈਂਟ ਰਿਐਕਸ਼ਨ ਹੁੰਦਾ ਹੈਗਾ। ਜਿਵੇਂ ਆਪਾਂ ਗਏ ਹੈ ਨਾ, ਤੁਸੀਂ ਇੰਟਰਵਿਊਜ਼ ਕੀਤੀਆਂ ਉੱਥੇ ਟਾਕ ਵਿਦ ਰਤਨ ਲਈ, ਜਾਂ ਮਤਲਬ ਆਪਾਂ ਉੱਥੇ ਜਾ ਕੇ ਦੇਖਿਆ ਸਭ ਕੁਝ, ਉੱਥੇ ਕਿਸੇ ਦੇ ਬਹੁਤ ਘੱਟ ਹੈ ਨਾ ਝੰਡੇ ਹੀ ਨਹੀਂ ਲੱਗੇ ਹੋਏ ਸੀ ਛੱਤਾਂ 'ਤੇ, ਖਾਸ ਕਰ ਸ਼ਹਿਰ ਦੇ ਵਿੱਚ ਆਪਾਂ ਦੇਖੀਏ ਹੈ ਨਾ। ਸੋ ਬਹੁਤ ਗੱਲਾਂ ਨੇ। ਦੂਸਰੀ ਗੱਲ, ਬਹੁਤੇ ਲੋਕ ਜਿਹੜੇ ਵੋਟ ਪਾਉਣ ਹੀ ਨਹੀਂ ਗਏ, 50% ਆਬਾਦੀ ਵੋਟ ਪਾਉਣ ਗਈ ਹੀ ਨਹੀਂ। ਪਰ ਜਿਹੜੀ ਆਪਾਂ ਇੱਕ ਗੱਲ ਕਰਦੇ ਸੀਗੇ ਵੀ ਆਪਾਂ ਕਹਿੰਦੇ ਸੀ ਵੀ ਸਰਪੰਚ ਵੱਡੀ ਗਿਣਤੀ ਦੇ ਵਿੱਚ ਉਹਨਾਂ ਤੱਕ ਪਹੁੰਚ ਹੋਈ ਆ ਜਾਂ ਉਹਨਾਂ ਨੂੰ ਕਿਹਾ ਗਿਆ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਹੋਣਾ, ਤਾਂ ਉਹ ਫੈਕਟਰ ਨੇ ਕੰਮ ਕਰਤਾ। ਹਾਲਾਂਕਿ ਆਪਾਂ ਇਹਨੂੰ ਨਕਾਰਤਾ ਸੀ ਵੀ ਉਹ ਫੈਕਟਰ ਨੇ ਕੰਮ ਨਹੀਂ ਕਰਨਾ, ਪਰ ਜਿਵੇਂ ਆਪਣੇ ਵਾਲੇ ਪਾਸੇ ਚੀਜ਼ਾਂ ਹੋ ਰਹੀਆਂ, ਪਰ ਉੱਥੇ ਜਿਹੜੀ ਆਪਾਂ ਕਹਿ ਸਕਦੇ ਹਾਂ ਵੀ ਹੁਣ ਰਿਜ਼ਲਟ ਆਉਣ ਤੋਂ ਬਾਅਦ ਇਹ ਲੱਗ ਰਿਹਾ ਹੈਗਾ ਵੀ ਖਾਸ ਕਰਕੇ ਜਿਹੜਾ ਸਭ ਤੋਂ ਵੱਡਾ ਡੈਮੇਜ ਰਾਣਾ ਗੁਰਜੀਤ ਸਿੰਘ ਦੇ ਜਿਹੜੇ ਭਤੀਜੇ ਗਏ ਨੇ ਉਹਨਾਂ ਤੋਂ ਬਾਅਦ ਜਿਹੜਾ ਡੈਮੇਜ ਹੋਇਆ ਹੈਗਾ, ਜਾਂ ਆਪਾਂ ਸ਼ਾਹਕੋਟ ਏਰੀਆ ਦਾ ਸਾਰੇ ਜਿਹੜੀ ਆਪਾਂ ਪਿਛਲੇ ਪੋਡਕਾਸਟ 'ਚ ਵੀ ਸ਼ਾਇਦ ਗੱਲ ਕਰੀ ਸੀਗੀ ਵੀ ਸਾਇਲੈਂਟ ਤਰੀਕੇ ਨਾਲ ਜਿਹੜਾ ਆਮ ਆਦਮੀ ਪਾਰਟੀ ਦੇ ਨਾਲ ਲੋਕ ਰਲ ਰਹੇ ਸੀ, ਜਾਂ ਆਪਾਂ ਕਹਿ ਦਈਏ ਵੀ ਉਹਨਾਂ ਨੂੰ ਸਮਰਥਨ ਦੇ ਰਹੇ ਸੀ। ਖਾਸ ਕਰਕੇ ਜੇ ਇੰਡਸਟਰੀ ਯੂਨੀਅਨ ਦੀ ਗੱਲ ਕਰੀਏ, ਟੈਕਸੀ ਯੂਨੀਅਨ ਦੀ ਗੱਲ ਕਰੀਏ, ਜਾਂ ਹੋਰ ਜਿਹੜੀਆਂ ਯੂਨੀਅਨਸ ਹੁੰਦੀਆਂ ਆਈਆਂ ਹੈ ਨਾ, ਲੇਬਰ ਯੂਨੀਅਨ ਦੀ, ਉਹਨਾਂ ਨੇ ਜਿਹੜਾ ਸਮਰਥਨ ਦਿੱਤਾ, ਜਾਂ ਉਹਨਾਂ ਨੂੰ MLA ਨੇ ਵਿਭਾਗਾਂ ਦੇ ਜਿਨ੍ਹਾਂ ਕੋਲੇ ਵਿਭਾਗ ਨੇ, ਮੰਤਰੀ ਨੇ ਅੱਡੋ ਅੱਡ ਵਿਭਾਗਾਂ ਦੇ, ਉਹਨਾਂ ਨੇ ਅਪਰੋਚ ਕੀਤਾ ਵੀ ਅਸੀਂ ਤੁਹਾਡੀਆਂ ਮੁਸ਼ਕਲਾਂ ਦਾ ਹੱਲ ਕਰਾਂਗੇ। ਤਾਂ ਉਹ ਆਪਾਂ ਕਹਿ ਦਈਏ ਵੀ ਜਿਹੜਾ ਉਹ ਨਿਸ਼ਾਨਾ ਗਾ ਆਮ ਆਦਮੀ ਪਾਰਟੀ ਦਾ, ਉਹ ਤੀਰ ਆ ਜਿਹੜਾ ਨਿਸ਼ਾਨੇ ਲੱਗਿਆ ਗਾ। ਪਰ ਜੇ ਆਪਾਂ ਦੂਜੇ ਪਾਸੇ ਗੱਲ ਕਰਦੇ ਹਾਂ, ਠੀਕ ਹੈ ਜਿੱਤੇ ਨੇ, ਖੁਸ਼ੀ ਮਨਾ ਰਿਹਾ ਹੈਗਾ ਵਰਕਰ, ਪਾਰਟੀ ਦੇ ਵਿੱਚ ਖੁਸ਼ੀ ਦੀ ਲਹਿਰ ਆ। ਮੁੱਖ ਮੰਤਰੀ ਭਗਵੰਤ ਮਾਨ ਵੀ ਜਿਹੜੇ ਪਾਰਟੀ ਦੇ ਕਨਵੀਨਰ ਨੇ ਅਰਵਿੰਦ ਕੇਜਰੀਵਾਲ, ਉਹਨਾਂ ਕੋਲੇ ਗਏ ਦਿੱਲੀ, ਜੱਫੀ ਵਾਲੀ ਤਸਵੀਰ ਆਈ। ਪਰ ਜਿਹੜੇ ਪੰਜਾਬ ਦੇ ਅਸਲ ਮੁੱਦੇ ਨੇ, ਜੇ ਪੰਜਾਬ ਨੂੰ ਆਪਾਂ ਇੱਕ ਪਾਸੇ ਰੱਖ ਕੇ ਜਾਂ ਉੱਥੋਂ ਦੀ ਹੀ ਗੱਲ ਕਰ ਲਈਏ, ਜਲੰਧਰ ਦੀ ਜਿਹੜੀਆਂ ਕੁਛ ਤਸਵੀਰਾਂ ਇਹਨਾਂ MLA ਦੀਆਂ ਤਸਵੀਰਾਂ, ਇਹਨਾਂ ਵਿਧਾਇਕਾਂ ਦੀਆਂ, ਤੇ ਉਸ ਤੋਂ ਸਭ ਤੋਂ ਵੱਡੀ ਗੱਲ ਜਿਹੜੇ ਅੱਜ ਉਹੀ ਵਰਕਰਾਂ ਨੇ, ਕੁਛ ਵਰਕਰਾਂ ਨੇ ਉਹ ਤਸਵੀਰਾਂ ਦੁਬਾਰਾ ਪੋਸਟ ਕਰੀਆਂ ਵੀ ਤੁਸੀਂ ਸਾਨੂੰ ਕਹਿੰਦੇ ਸੀ ਵੀ ਅਸੀਂ ਉੱਥੇ ਪ੍ਰਭਾਰੀ ਬਣ ਕੇ ਬੈਠੇ ਹਾਂ, ਬੂਥ ਇੰਚਾਰਜ, ਤਾਂ ਵੀ ਉਹ ਹੋਰ ਹਿਸਾਬ ਨਾਲ, ਤਾਂ ਉਹਦੇ ਦੇ ਉੱਤੇ ਉਹ ਚੀਜ਼ਾਂ ਕੀ ਤੁਹਾਨੂੰ ਦਿਖਾਉਂਦੀਆਂ ਨੇ? ਨਹੀਂ, ਫਿਰ ਇਹ ਬਦਮਾਸ਼ੀ ਆ। ਜੇ ਮੈਂ ਸਿੱਧੇ ਸ਼ਬਦਾਂ 'ਚ ਕਹਾਂ ਵੀ ਜੇ ਅਕਾਲੀਆਂ ਨੇ ਕੀਤੀ, ਕਾਂਗਰਸੀਆਂ ਨੇ ਬਦਮਾਸ਼ੀ ਕੀਤੀ ਵੀ ਜੇ ਲੋਕਾਂ ਨੇ 92 MLA ਜਿਤਾ ਕੇ ਭੇਜਿਆ, ਤੇ ਫਿਰ ਜਿਵੇਂ ਅੱਜ ਉਹ ਫੋਟੋਜ਼ ਜਿਹੜੀਆਂ ਉਹ ਜਿਹੜੇ ਬੂਥ ਪ੍ਰਭਾਰੀ ਲੱਗੇ ਹੋਏ ਸੀ, ਤੇ ਅੱਜ ਉਹ ਸਾਡੀਆਂ ਫੋਟੋਆਂ ਪਾ ਰਹੇ ਆ ਵੀ ਧੰਨਵਾਦ ਤੁਸੀਂ ਸਾਨੂੰ ਫੇਮਸ ਕਰਤਾ ਸਾਡੀਆਂ ਫੋਟੋਆਂ ਪਾ ਕੇ, ਸਕਰੀਨਸ਼ਾਟ। ਪਰ ਉਹਦੇ 'ਚ ਇੱਕ ਗੱਲ ਆ, ਹੁਣ ਸਾਰੇ ਜਲੰਧਰ ਵਾਲਿਆਂ ਦੀ ਗੱਲ ਕਰ ਲਈਏ, ਪੰਜਾਬੀਆਂ ਦੀ ਗੱਲ ਕਰ ਲਈਏ, ਜਾਂ ਜਿੰਨੀਆਂ ਵੀ ਪਾਰਟੀਆਂ ਆਪਣੇ ਇਸ ਪੋਡਕਾਸਟ ਨੂੰ ਸੁਣ ਰਹੀਆਂ ਹੋਣਗੀਆਂ, ਚਾਹੇ ਕੋਈ ਉਹ ਪਾਰਟੀ ਵਰਕਰ ਹੋਵੇ, ਚਾਹੇ ਕੋਈ ਲੀਡਰ ਹੋਵੇ, ਇਹਦੇ 'ਚ ਇੱਕ ਗੱਲ ਯਾਦ ਰੱਖਣੀ ਚਾਹੀਦੀ ਆ। ਜਿੱਤ ਗਏ ਠੀਕ ਆ, ਬਹੁਤ ਵਧੀਆ ਗੱਲ ਆ, ਜਿਹੜੇ ਹਾਰੇ ਆ ਉਹ ਆਪ ਦਾ ਮੰਥਨ ਕਰ ਰਹੇ ਹੋਣਗੇ, ਪਰ ਦੂਜੇ ਪਾਸੇ ਜਿਹੜੀਆਂ ਆਹ ਚੀਜ਼ਾਂ ਹੋਣਗੀਆਂ ਇਹ ਬਹੁਤ ਖਤਰਨਾਕ ਆ। ਜੇ ਤੁਸੀਂ ਆਪਦਾ ਹੰਕਾਰ ਵਧਾਓਗੇ, ਅਸੀਂ ਇਹਦੇ ਵਿੱਚ ਇਹ ਨਹੀਂ ਵੀ ਆਪਾਂ ਸਰਕਾਰ ਦੇ ਖਿਲਾਫ ਹੋ ਕੇ ਜਾਂ ਇੱਕ ਪਾਰਟੀਕੂਲਰ ਪਾਰਟੀ ਦੇ ਖਿਲਾਫ ਹੋ ਕੇ ਬੋਲ ਰਹੇ ਹਾਂ, ਇਹ ਗੱਲ ਨਹੀਂ। ਪਰ ਜਿਹੜਾ ਅਸਲੀ ਨਬਜ਼ ਫੜਨ ਦੀ ਕੋਸ਼ਿਸ਼ ਆ ਨਾ, ਉਹ ਇਹ ਆ ਵੀ ਜੇ ਤੁਹਾਡਾ ਵਰਕਰ ਉੱਦਾਂ ਦਾ ਕਿੱਥੇ ਤਾਂ ਤੁਸੀਂ ਰੋਕਣਾ ਸੀ, ਚਲੋ ਚੀਜ਼ ਆ ਗਈ, ਤਸਵੀਰ ਆ ਗਈ, ਉਹ ਹੁਣ ਮਾਮਲਾ ਇੱਕ ਪਾਸੇ ਨੇ। ਪਰ ਜੋ ਲਾਡੀ ਸ਼ੇਰੋਵਾਲੀਆ ਨਾਲ ਹੋਇਆ, ਅਗਲੇ ਦਿਨਾਂ ਦੇ ਵਿੱਚ FIR ਕਿਵੇਂ ਕਿਸ ਦੇ ਉੱਤੇ, ਪਹਿਲਾਂ ਕਿਸ ਦੇ ਉੱਤੇ ਸੀ, ਫਿਰ ਉਹਨਾਂ ਦਾ ਨਾਮ ਨਹੀਂ ਸੀਗਾ। ਲਾਡੀ ਸ਼ੇਰੋਵਾਲੀਆ ਨਾਲ ਮੈਂ ਵੀ ਰਾਬਤਾ ਕੀਤਾ, ਉਹਨਾਂ ਨੇ ਕਿਹਾ ਯਾਰ ਮੈਂ ਤਾਂ ਫੇਸਬੁੱਕ ਤੇ ਲਾਈਵ ਸੀਗਾ, ਸਾਰੀ ਵੀਡੀਓਗ੍ਰਾਫੀ ਹੋਈ ਆ। ਹਾਲਾਂਕਿ ਆਪਾਂ ਕਾਊਂਟਰ ਸਵਾਲ ਕੀਤੇ, ਪੱਤਰਕਾਰ ਦਾ ਕੰਮ ਹੈ ਕਾਊਂਟਰ ਸਵਾਲ ਕਰਨਾ, ਚਾਹੇ ਮੂਹਰੇ ਕੋਈ ਹੋਵੇ, ਚਾਹੇ ਸੱਤਾਧਰ ਪਾਰਟੀ ਹੋਵੇ, ਚਾਹੇ ਵਿਰੋਧੀ ਧਿਰ ਹੋਵੇ। ਤੇ ਮੈਂ ਕਿਹਾ ਕਿ ਤੁਹਾਡੇ ਰਾਜ 'ਚ ਵੀ ਪਰਚੇ ਹੋਏ, ਤੁਹਾਡੇ 18 ਵਾਲੀ ਜਿਹੜੀ ਜਿਮਣੀ ਚੋਣ ਸੀ, ਲਾਡੀ ਸ਼ੇਰੋਵਾਲੀਆ ਸ਼ਾਹਕੋਟ ਤੋਂ ਜਿੱਤੇ, ਸਰਕਲ ਪ੍ਰਧਾਨ ਮਹਿਲਪੁਰ ਦੇ ਅਕਾਲੀ ਦਲ ਦੇ, ਉਹਨਾਂ ਤੇ ਪਰਚਾ ਉਹ ਹਜੇ ਤੱਕ ਚੱਲ ਰਿਹਾ, ਜਿਹੜਾ ਮੈਨੂੰ ਪਤਾ ਲੱਗਿਆ ਗਾ। ਤੇ ਜੇ ਹੁਣ ਵੀ ਉਸ ਤਰੀਕੇ ਦੇ ਨਾਲ, ਜਿਵੇਂ ਉਦੋਂ ਇਲਜ਼ਾਮ ਲੱਗੇ ਸੀ 18 ਦੇ ਵਿੱਚ ਕਿ ਤੰਤਰ ਮੰਤਰ ਹੈ ਨਾ, ਸਾਮ ਦਾਮ ਦੰਡ ਵੇਦ ਸਾਰੇ ਵਰਤ ਕੇ ਲਾਡੀ ਸ਼ੇਰੋਵਾਲੀਆ ਦੀ ਚੋਣ ਜਿੱਤੀ ਗਈ, ਸਾਰੇ ਕਾਂਗਰਸੀ ਉੱਥੇ ਬੈਠੇ ਹੋਏ ਸੀ। ਤੇ ਹੁਣ ਕੀ ਸੀਗਾ ਕਿ ਹੁਣ ਵੀ ਸਾਮ ਦਾਮ ਦੰਡ ਸਾਰੇ ਵੇਦ ਵਰਤੇ ਗਏ? ਪਤਾ ਕੀ, ਇਹ ਵੀ ਸਵਾਲ ਉੱਠਦੇ ਆ ਨਾ, ਵਿਰੋਧੀ ਲਾ ਰਹੇ ਆ ਨਾ। ਦੂਸਰੀ ਗੱਲ ਜਿਹੜੀ ਤੁਸੀਂ ਇੰਡਸਟਰੀਅਲਿਸਟ ਦੀ ਕੀਤੀ ਆ, ਕਿ ਇੱਕ ਵੱਡਾ ਇੰਡਸਟਰੀਅਲਿਸਟ ਵੀ
ਪਿੱਛੇ ਸੀਗਾ, ਜਿਸ ਤਰੀਕੇ ਦੇ ਨਾਲ ਸਾਰੇ ਹਲਕਿਆਂ ਨੂੰ ਮੈਨੇਜ ਕਰ ਰਿਹਾ ਸੀ, ਇੱਕ ਵੱਡਾ ਇੰਡਸਟਰੀਅਲਿਸਟ ਵੀ ਸੀ ਉਸ ਏਰੀਏ ਦਾ। ਤੁਹਾਨੂੰ ਮੈਂ ਇੱਕ ਗੱਲ ਹੋਰ ਦੱਸ ਦਾਂਗਾ, ਜਿਹੜੀ ਗੱਲ ਸੋਚਣ ਵਾਲੀ ਆ। ਜੇ ਤਾਂ ਤੁਸੀਂ ਇਹ ਸੋਚ ਲਿਆ ਵੀ ਅਸੀਂ ਚੋਣ ਜਿੱਤ ਗਏ ਯਾਰ, ਬਸ ਵੀ ਜਿੱਤ ਗਏ, ਜਿਵੇਂ ਮਰਜ਼ੀ ਜਿੱਤ ਗਏ, ਫੇਰ ਤਾਂ ਹੈਗੀ ਹੈ ਗੱਲ ਹੋਰ। ਜੇ ਤੁਸੀਂ ਗੱਲ ਨੂੰ ਅਸਲੀ ਤਰੀਕੇ ਨਾਲ ਦੇਖਣਾਗਾ, ਡੂੰਘਾਈ ਨਾਲ ਦੇਖਣਾਗਾ, ਫਿਰ ਤੁਹਾਨੂੰ ਇਹ ਚੀਜ਼ ਸਮਝਣੀ ਪਊਗੀ ਵੀ ਜਿਹੜਾ ਆਰੋਪ ਦੂਜੀਆਂ ਪਾਰਟੀਆਂ ਦੇ ਉੱਤੇ ਸੱਤਾ ਦੇ ਵਿੱਚ ਰਹਿੰਦੇ ਹੋਏ ਲੱਗਦਾ ਹੁੰਦਾ ਸੀ ਜਿਮਣੀ ਚੋਣ ਦੇ ਵਿੱਚ, ਉਹ ਆਰੋਪ ਦੇ ਕੁਛ ਛਿੱਟੇ ਤੁਹਾਡੇ ਦਾਮਨ ਦੇ ਉੱਤੇ ਵੀ ਪੈ ਚੁੱਕੇ ਨੇ। ਬਿਲਕੁਲ। ਉਹ ਜਿਹੜੀਆਂ ਤਸਵੀਰਾਂ ਆਈਆਂ ਗਈਆਂ 5 MLA ਦੀਆਂ ਜਾਂ ਤੁਹਾਡੇ ਵਰਕਰਾਂ ਦੀਆਂ ਆਈਆਂ ਗਈਆਂ, ਉਹਨੂੰ ਹੁਣ ਜਿਵੇਂ ਮਰਜ਼ੀ ਸਮਝੋ। ਬੀਜਾਂ ਵਾਲੀ ਗੱਲ ਨੂੰ ਲੈ ਕੇ ਆਪਾਂ ਵੀ ਪੋਡਕਾਸਟ ਕੀਤਾ ਤੇ ਬੀਜਾਂ ਵਾਲੀ ਗੱਲ ਨੂੰ ਲੈ ਕੇ ਦੂਜੇ ਪਾਸੇ ਨੂੰ ਟ੍ਰੋਲਿੰਗ ਹੋਣ ਲੱਗ ਗਈ ਆ, ਉਹ ਠੀਕ ਹੈ, ਪਰ ਉਹ ਜਿਹੜਾ ਅਸਲ ਕਿਸੇ ਨੇ ਲਿਖ ਕੇ ਪਾਇਆ ਜਿਹੜੇ ਬੀ ਸੀ ਉਹ ਪੁੰਗ ਰਿਹਾ, ਨਹੀਂ ਠੀਕ ਹੈ, ਬੀ ਤੁਹਾਡੇ ਪੁੰਗ ਰਹੇ, ਪਰ ਉਹ ਬੀ ਕਿਵੇਂ ਪੁੰਗ ਰਹੇ ਨੇ? ਉਹ 1 ਨੰਬਰ ਦੇ ਵਿੱਚ ਨੇ ਕਿ 2 ਨੰਬਰ ਦੇ ਵਿੱਚ? ਕਹਿਣ ਦਾ ਭਾਵ, ਮੈਂ ਇਹ ਨਹੀਂ ਕਹਿ ਰਿਹਾ ਵੀ ਵੋਟਿੰਗ ਗਲਤ ਹੋਈ ਆ, ਕਹਿਣ ਦਾ ਭਾਵ ਇਹ ਆ ਵੀ ਜਿਹੜੇ ਉੱਥੇ ਵਰਕਰਾਂ ਦੀਆਂ ਆਊਟ ਆਫ ਜਿਹੜੇ ਹਲਕੇ ਦੇ ਸੀਗੇ, ਉਹਨਾਂ ਦੀਆਂ ਜਿਹੜੀਆਂ ਤਸਵੀਰਾਂ ਇਹਨਾਂ ਨੇ, ਉਹ ਚੀਜ਼ਾਂ ਉਹ ਤੁਹਾਡੇ ਤੇ ਇੱਕ ਅਜਿਹਾ ਇਲਜ਼ਾਮ ਲਾ ਗਏ ਨੇ ਜਿਹੜੇ ਤੁਹਾਡੇ ਉੱਤੇ ਇੱਕ ਵੱਡਾ ਜਿਹੜਾ ਕੁਐਸਚਨ ਮਾਰਕ ਆ ਉਹ ਲਾਉਂਦੇ ਆ, ਜਿੱਥੋਂ ਆਪਾਂ ਕਹਿ ਦਈਏ ਵੀ ਉਹ ਖੁਸ਼ਬੂ ਆਉਂਦੀ ਆ, ਜਿੱਥੇ ਆਪਾਂ ਕਹਿੰਦੇ ਆ ਵੀ ਸਟੇਟ ਮਸ਼ੀਨਰੀ ਦਾ ਇੱਕ ਇਸਤੇਮਾਲ ਹੁੰਦਾ ਗਾ। ਅਸੀਂ ਕੋਈ ਆਰੋਪ ਨਹੀਂ ਲਾ ਰਹੇ ਕਿਸੇ ਪਾਰਟੀ ਦੇ ਉੱਤੇ, ਨਾ ਆਪਾਂ ਕਿਸੇ ਨੂੰ ਕਹਿ ਦਈਏ ਵੀ ਸੱਤਾਧਰ ਪਾਰਟੀ ਜਾਂ ਆਮ ਆਦਮੀ ਪਾਰਟੀ ਨੂੰ ਆਪਾਂ ਟਾਰਗੇਟ ਕਰ ਰਹੇ ਹਾਂ, ਪਰ ਗੱਲ ਕਹਾਣੀ ਇਹ ਹੈ ਵੀ ਤੁਸੀਂ ਇਹਨੂੰ ਨਬਜ਼ ਫੜ ਲਓ। ਠੀਕ ਹੈ, ਤੁਸੀਂ ਜਿੱਤ ਗਏ, ਤੁਹਾਨੂੰ ਵਧਾਈਆਂ, ਪਰ ਦੂਜੇ ਪਾਸੇ ਜੇ ਅਸੀਂ ਗੱਲ ਕਰਦੇ ਹਾਂ, ਦੂਜੇ ਪਾਸੇ ਅਸਲ ਕਹਾਣੀ ਚੱਲੀ ਕੀ ਆ? ਜਿਵੇਂ ਮਰਜ਼ੀ ਜਿੱਤੇ, ਉਹ ਵੀ ਪਾਸੇ ਦੀ ਗੱਲ ਆ, ਪਰ ਜੇ ਤੁਸੀਂ ਸਾਰੀ ਤਸਵੀਰ ਦੇਖੋਗੇ, ਕੁਝ ਚੀਜ਼ਾਂ ਜਿਮਣੀ ਚੋਣ ਦੇ ਵਿੱਚ ਉਹੋ ਹੀ ਹੋ ਗਈਆਂ ਜਿਹੜੀਆਂ ਅਕਾਲੀ ਕਰਦੇ ਰਹੇ ਆ ਆਪਦੀ ਪਾਵਰ ਦੇ ਵਿੱਚ, ਜਾਂ ਜਿਹੜੇ ਕਾਂਗਰਸੀ ਕਰਦੇ ਰਹੇ ਆ, ਜਾਂ ਵੱਖੋ-ਵੱਖ ਸੂਬਿਆਂ ਦੇ ਵਿੱਚ ਹੁੰਦੀਆਂ ਬਾਕੀ ਜਿਵੇਂ ਕਰਦੇ ਰਹੇ ਆ। ਇੱਕ ਉਹ ਸਰਦਾਰ ਮੁਹੰਮਦ ਫਿਲਮ ਆ ਤਰਸੇਮ ਜੱਸੜ ਹੋਰਾਂ ਦੀ ਜੀ, ਤਰਸੇਮ ਜੱਸੜ ਦਾ ਨਾ ਉਹ 'ਚ ਸਭ ਤੋਂ ਪਹਿਲਾ ਡਾਇਲੋਗ ਆ, ਉਹ ਇੱਕ ਕਾਲਜ 'ਚ ਲੜਾਈ ਹੋ ਰਹੀ ਹੁੰਦੀ ਆ ਤੇ ਉਹ ਉੱਥੇ ਜਾਂਦੇ ਆ ਛਡਾਉਣ ਆਪਦੇ ਭਰਾ ਨੂੰ, ਤੇ ਉਹ ਹਾਕੀ ਫੜਦੇ ਆ, ਹਾਕੀ ਸਟਿੱਕ ਹੁੰਦੀ ਨੌਜਵਾਨ ਦੇ ਹੱਥ 'ਚ, ਤੇ ਉਹ ਕੁੱਟ ਰਿਹਾ ਹੁੰਦਾ ਗਾ। ਉਹ ਸਭ ਤੋਂ ਪਹਿਲਾ ਉਹਦਾ ਡਾਇਲੋਗ ਆ ਫਿਲਮ ਦੇ ਵਿੱਚ, ਉਹ ਆਖਦਾ ਕਿ ਤਾਕਤ ਹਜਮ ਕਰਨ ਲਈ ਵੀ ਤਾਕਤ ਚਾਹੀਦੀ ਆ ਜੀ, ਉਹਦੇ ਤੇ ਰੁਤਬੇ ਭਲਾਈ ਲਈ ਮਿਲਦੇ ਆ, ਅੱਤ ਚੱਕਣ ਨੂੰ ਨਹੀਂ। ਵੀ ਜਿਨ੍ਹਾਂ ਨੇ ਅੱਤ ਚੱਕੀ, ਜਿਨ੍ਹਾਂ ਕੋਲੇ 10 ਸਾਲ ਪਾਵਰ ਰਹੀ, ਚਾਹੇ ਉਹ ਬਾਦਲ ਹੋਣ, ਚਾਹੇ ਉਹ ਕੈਪਟਨ ਹੋਣ, ਵੀ ਜਿਨ੍ਹਾਂ ਨੇ ਅੱਤ ਚੱਕੀ ਜੀ, ਤੇ ਉਹ ਅੱਜ ਉਹਨਾਂ ਦਾ ਹਸ਼ਰ ਜਾਂ ਉਹ ਕਿੱਥੇ ਨੇ, ਉਹ ਰੇਸ 'ਚ ਨੇ ਜਾਂ ਕਿੱਥੇ ਨੇ, ਹੈ ਨਾ। ਸੋ ਉਹੀ ਗੱਲ ਆ ਵੀ ਜੇ ਜਿਮਣੀ ਚੋਣਾਂ ਉਹਨਾਂ ਨੇ ਕਿਸ ਤਰੀਕੇ ਦੇ ਨਾਲ ਪਾਵਰ ਦੇ ਨਾਲ ਜਾਂ ਸੱਤਾ ਦੇ ਨਸ਼ੇ ਦੇ ਵਿੱਚ, ਜਿਵੇਂ ਬਾਕੀਆਂ ਨੇ, ਜਿਵੇਂ ਆਪਣੇ MLAs ਦੀ ਮੈਨ ਪਾਵਰ ਦੇ ਨਾਲ ਉੱਥੇ ਸਾਰਿਆਂ ਨੂੰ ਹਾਜ਼ਰ ਕਰਕੇ ਜਿੱਤੀਆਂ, ਜਾਂ ਤੁਹਾਡੇ MLAs ਦੀਆਂ ਜਿਹੜੀਆਂ ਤਸਵੀਰਾਂ ਆਈਆਂ ਉਹ ਸਵਾਲ ਖੜੇ ਕਰਦੀਆਂ ਤੁਹਾਡੇ 'ਤੇ। ਜੇ ਤੁਸੀਂ ਵਾਕਈ ਬਦਲਾਅ ਲੈ ਕੇ ਆਏ ਹੋ ਤਾਂ ਤੁਸੀਂ ਉਹਨਾਂ ਵਰਗੇ ਨਹੀਂ ਹੋਣੇ ਚਾਹੀਦੇ। ਲੋਕਾਂ ਨੇ ਤੁਹਾਡੇ ਤੋਂ ਬਹੁਤ ਐਕਸਪੈਕਟ ਕੀਤਾ, ਐਕਸਪੈਕਟੇਸ਼ਨ ਸੀਗੀਆਂ ਲੋਕਾਂ ਦੀਆਂ, ਅਤੇ ਲੋਕਾਂ ਦੀਆਂ ਹੁਣ ਵੀ ਐਕਸਪੈਕਟੇਸ਼ਨਸ ਨੇ। ਮੈਂ ਇਹਦੇ 'ਚ ਇੱਕ ਗੱਲ ਹੋਰ ਐਡ ਕਰਨਾ ਚਾਹੂੰਗਾ, ਥੋੜ੍ਹਾ ਜਿਹਾ ਪਾਸੇ ਹਟ ਕੇ। ਜਿਹੜਾ ਤੁਹਾਡਾ ਵਰਕਰ ਆ, ਤੁਹਾਡੇ MLA ਠੀਕ ਆ, ਪਾਰਟੀ ਤੌਰ 'ਤੇ ਡਿਊਟੀਆਂ ਲੱਗਦੀਆਂ, ਸਾਰੇ ਜਾਂਦੇ ਆ, ਤੁਸੀਂ ਮਹੀਨਾ ਰਹੋ ਉੱਥੇ, 2 ਮਹੀਨੇ ਰਹੋ, ਆਪਦੀ ਵਰਕਿੰਗ ਕਰੋ, ਉਹ ਸਾਰਿਆਂ ਨੂੰ ਹੱਕ ਆ। ਉਹ ਅਕਾਲੀ ਵੀ ਉੱਥੇ ਸਾਰੇ ਸੀਗੇ, ਉਹਨਾਂ ਦੇ ਲੀਡਰ, ਉਹਨਾਂ ਦੇ ਵਰਕਰ ਸਾਰੇ, ਆਪਾਂ ਕਹਿ ਦਈਏ ਵੀ ਪੰਜਾਬ ਤੋਂ ਕਾਂਗਰਸੀ ਵੀ, ਆਮ ਆਦਮੀ ਪਾਰਟੀ ਵੀ। ਪਰ ਜਿਹੜਾ ਪੋਲਿੰਗ ਵਾਲੇ ਦਿਨ ਜਿਹੜੀਆਂ ਉਹ ਤਸਵੀਰਾਂ ਆ ਗਈਆਂ, ਉਹ ਫਿਰ ਕੁਛ ਹੋਰ ਦੱਸ ਗਈਆਂ ਨਾ, ਉਹ ਦੱਸ ਗਈਆਂ ਵੀ ਤੁਸੀਂ ਵੀ ਉਹਨਾਂ ਵਰਗੇ ਹੀ ਹੋ ਕਿਤੇ ਨਾ ਕਿਤੇ, ਉਹ ਸਵਾਲੀਆ ਨਿਸ਼ਾਨ ਪੈਦਾ ਕਰ ਗਈਆਂ। ਤੇ ਉਹ ਨਿਸ਼ਾਨ ਹੁਣ ਤੁਸੀਂ ਕਿਵੇਂ ਆਪਦਾ ਦਾਮਨ ਸਾਫ਼ ਕਰਨਾ, ਇਹ ਤੁਹਾਡੇ ਤੇ ਹੀ ਆ। ਇਹ ਨਹੀਂ ਵੀ ਤੁਸੀਂ ਇੱਕ MP ਭੇਜਦਾ, MP ਤਾਂ ਪਹਿਲਾਂ ਵੀ ਰਾਜ ਸਭਾ ਵਾਲੇ ਗਏ ਵੇ ਆ, ਉਹ ਨਹੀਂ, ਇੱਕ ਨਾਮ ਦੀ ਨਹੀਂ ਗੱਲ ਹੋਣ ਵਾਲੀ, ਕਿਉਂਕਿ ਇਹ ਸਾਲ ਦੀ ਹੀ ਕਹਾਣੀ ਆ। ਚਾਹੇ ਕੋਈ ਵੀ ਜਿੱਦ, ਆਪਾਂ ਇਹ ਨਹੀਂ ਕਹਿ ਰਹੇ ਵੀ ਅੱਜ ਆਮ ਆਦਮੀ ਪਾਰਟੀ ਜਿੱਤ ਗਈ ਤਾਂ ਆਪਾਂ ਸਾਲ ਵਾਲੀਆਂ ਗੱਲਾਂ ਕਰੀ ਜਾਂਦੇ ਹਾਂ, ਚਾਹੇ ਕੋਈ ਵੀ ਜਿੱਦ ਆ, ਪਰ ਮੁੱਦੇ ਸਮਝਣੇ ਪੈਣਗੇ। ਕਿਉਂਕਿ ਮੁੱਦੇ ਜੇ ਅਸੀਂ ਆਪਾਂ ਕਹਿ ਦਈਏ ਵੀ ਪੰਜਾਬ ਵਾਲੇ, ਆਪਾਂ ਅੱਗੇ ਮੁੱਦੇ ਮੈਂ ਗੱਲ ਕਰਨ ਲੱਗਿਆ ਸੀ, ਉਹਨਾਂ ਨੂੰ ਵੀ ਫੇਰ ਆਪਾਂ, ਮੈਂ ਦੂਜੀ ਵਾਰ ਫੇਰ ਕਹਿਣਾ, ਉਹਨੂੰ ਵੀ ਪਾਸੇ ਰੱਖ ਕੇ, ਜਲੰਧਰ ਸ਼ਹਿਰ ਦੇ ਹੀ ਮੁੱਦੇ ਬਹੁਤ ਜ਼ਿਆਦਾ ਨੇ, ਤਾਂ ਉੱਥੇ ਵੀ ਕਿਤੇ ਨਾ ਕਿਤੇ ਗੱਲਾਂ ਨਿਕਲ ਕੇ ਸਾਹਮਣੇ ਆਉਣਗੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਕੀ ਹੁੰਦਾ। ਹਾਂ, ਜੇ ਵਧੀਆ ਹੁੰਦਾ ਗਾ ਤਾਂ ਵਧੀਆ ਗੱਲ ਆ, ਜੇ ਵਧੀਆ ਨਹੀਂ ਹੁੰਦਾ ਫਿਰ ਭਾਈ ਮਾੜੀ ਗੱਲ ਆ। ਹਾਂ, ਅੰਕੜਾ ਇੱਕ ਨਹੀਂ ਜ਼ਰੂਰ ਆਪਾਂ ਦੱਸ ਦਈਏ ਵੀ ਜਿਹੜਾ ਟੋਟਲ, ਜਾਂ ਆਪਾਂ ਕਹਿ ਦਈਏ ਵੀ ਐਂਡ ਦੇ ਵਿੱਚ ਜਿਹੜਾ ਸਾਰਾ ਕੁਝ ਨਿਕਲਿਆ ਹੈਗਾ ਵੀ ਕਿੰਨੀਆਂ ਵੋਟਾਂ ਕਿਹੜੀ ਪਾਰਟੀ ਨੂੰ, ਕਿੰਨੀਆਂ ਕਿਹੜੀ ਪਾਰਟੀ। ਜ਼ਰੂਰ ਆਪਾਂ ਹੈ ਨਾ ਥੋੜ੍ਹਾ ਜਿਹਾ ਸੁਸ਼ੀਲ ਰਿੰਕੂ 34.5% ਵੋਟਾਂ ਦੇ ਨਾਲ ਜੇਤੂ ਰਹੇ ਆ ਜੀ। 3,02,097 ਵੋਟਾਂ ਜਿਹੜੀਆਂ ਹੁਣ ਤੱਕ ਪਈਆਂ ਨੇ ਉਹਨਾਂ ਨੂੰ। ਤੇ ਜੇ ਆਪਾਂ ਕਾਂਗਰਸ ਦੀ ਗੱਲ ਕਰੀਏ, ਦੂਸਰੇ ਨੰਬਰ 'ਤੇ ਕਾਂਗਰਸ ਰਹੀ ਆ 2,43,450 ਵੋਟਾਂ, 27.44% ਵੋਟਾਂ ਜਿਹੜੀਆਂ
ਉਹ ਚੌਧਰੀਆਂ ਨੂੰ ਪਈਆਂ ਨੇ, ਕਾਂਗਰਸ ਨੂੰ ਪਈਆਂ ਨੇ। ਅਤੇ ਅਕਾਲੀ ਦਲ ਦੀ ਪੋਜੀਸ਼ਨ ਜਿਹੜੀ ਆ ਸੰਗਰੂਰ ਨਾਲੋਂ ਇੱਥੇ ਠੀਕ ਰਹੀ ਹੈ। ਅਤੇ ਸੰਗਰੂਰ ਦੇ ਵਿੱਚ ਉਹ BJP ਤੋਂ ਵੀ ਪਛੜ ਗਏ ਸੀਗੇ। ਇਸ ਵਾਰ ਪੋਜੀਸ਼ਨ ਜਿਹੜੀ ਆ ਥੋੜ੍ਹੀ ਜਿਹੀ ਠੀਕ ਰਹੀ। ਤੀਜੇ ਨੰਬਰ 'ਤੇ ਆਏ ਆ 1,58,354 ਵੋਟਾਂ ਜਿਹੜੀਆਂ ਉਹਨਾਂ ਨੂੰ 17.85% ਵੋਟ ਉਹਨਾਂ ਨੂੰ ਪੋਲ ਹੋਈ ਹੈ। ਅਤੇ BJP ਨੇ ਕਿਤੇ ਨਾ ਕਿਤੇ ਅਚੰਭੇ ਵਾਲੀ ਗੱਲ ਹੀ ਆ ਵੈਸੇ ਵੀ BJP ਨੂੰ ਵੀ ਬਹੁਤ ਵੋਟ ਪੈ ਗਈ, BJP ਬਹੁਤ ਵੋਟ ਲੈ ਗਈ। ਸੋ ਮੁਕਾਬਲੇ ਦੇ ਵਿੱਚ ਆ BJP ਜੇ ਆਪਾਂ ਕਹਿ ਲਈਏ 1,34,706 ਵੋਟਾਂ ਜਿਹੜੀਆਂ BJP ਨੂੰ ਪਈਆਂ ਨੇ, 15.19% ਵੋਟਾਂ ਬਣਦੀਆਂ ਨੇ। ਅਤੇ ਗੁਰਜੰਟ ਸਿੰਘ ਕੱਟੂ ਵੀ ਬਹੁਤ ਵੋਟ ਲੈ ਗਏ ਆ। ਗੁਰਜੰਟ ਸਿੰਘ ਕੱਟੂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੈਂਡੀਡੇਟ ਸੀ, ਉਹਨਾਂ ਨੂੰ 20,354 ਵੋਟਾਂ ਜਿਹੜੀਆਂ ਉਹਨਾਂ ਨੂੰ ਪਈਆਂ ਨੇ। ਅਤੇ ਜੇ ਆਪਾਂ ਹਲਕੇ ਵਾਈਜ਼ ਵੀ ਜੇ ਆਪਾਂ ਗੱਲ ਕਰ ਲਈਏ, ਹਲਕਾ ਵਾਈਜ਼ ਆਪਾਂ ਦੇਖ ਲਈਏ, ਜਲੰਧਰ ਕੈਂਟ ਦੇ ਵਿੱਚ ਵੀ ਆਮ ਆਦਮੀ ਪਾਰਟੀ ਅੱਗੇ ਰਹੀ ਹੈ। ਜਲੰਧਰ ਕੈਂਟ ਦੇ ਵਿੱਚ ਆਮ ਆਦਮੀ ਪਾਰਟੀ ਨੂੰ 32,217 ਵੋਟਾਂ ਪਈਆਂ ਨੇ ਜੀ। ਅਤੇ ਦੂਜੇ ਨੰਬਰ 'ਤੇ ਜੇ ਆਪਾਂ ਉੱਥੋਂ ਦੇਖੀਏ ਕਾਂਗਰਸ ਰਹੀ ਹੈ 25,222। ਅਤੇ ਤੀਜੇ ਨੰਬਰ 'ਤੇ ਇੱਥੇ ਭਾਜਪਾ 17,781 ਅਤੇ ਸ਼੍ਰੋਮਣੀ ਅਕਾਲੀ ਦਲ ਜਲੰਧਰ ਕੈਂਟ 'ਚ ਚੌਥੇ ਨੰਬਰ 'ਤੇ ਰਿਹਾ 14,052 ਵੋਟਾਂ ਪਈਆਂ ਨੇ। ਹਾਲਾਂਕਿ ਸ਼ਹਿਰ ਦੇ ਵਿੱਚ ਅਕਾਲੀ ਦਲ ਕੋਲੇ ਕੋਈ ਹਲਕਾ ਇੰਚਾਰਜ ਵੀ ਨਹੀਂ ਸੀ ਉੱਥੇ, ਮਤਲਬ ਜੇ ਆਪਾਂ ਕਹਿ ਲਈਏ ਸ਼ਹਿਰੀ ਹਲਕਿਆਂ ਦੀ ਆਪਾਂ ਗੱਲ ਕਰੀਏ। ਇਹਦੇ 'ਚ ਇੱਕ ਹੋਰ ਗੱਲ ਆ, ਜਿਹੜਾ ਫਲੋਟਿੰਗ ਵੋਟ ਸੀ ਨਾ, ਉੱਥੇ ਕਿਤੇ ਨਾ ਕਿਤੇ ਜਿਹੜਾ BJP ਨੇ ਨੁਕਸਾਨ ਸਿੱਧਾ ਕੀਤਾ ਗਾ ਕਾਂਗਰਸ ਦਾ ਹੋਇਆ, ਅਕਾਲੀ ਦਲ ਦਾ ਵੀ ਹੋਇਆਗਾ ਕਿਤੇ ਨਾ ਕਿਤੇ, ਪਰ ਕਾਂਗਰਸ ਦਾ ਸਭ ਤੋਂ ਵੱਡਾ ਨੁਕਸਾਨ ਹੋਇਆਗਾ। ਪਰ ਇੱਕ ਗੱਲ ਹੋਰ ਵੀ ਆ, ਜੇ ਆਪਾਂ ਦੂਜੇ ਪਾਸੇ ਦੇਖਦੇ ਹਾਂ, ਇੱਕ ਸਭ ਤੋਂ ਵੱਡੀ ਗੱਲ ਇਹ ਆ ਵੀ ਜਿਹੜਾ ਕਾਂਗਰਸ ਦਾ ਵੋਟ ਸੀਗਾ ਜਾਂ ਕਾਂਗਰਸ ਦੀ ਜਿਹੜੀ ਅੰਦਰਲੀ ਰਾਜਨੀਤੀ ਸੀ, ਤਾਂ ਉਹਨਾਂ ਨੇ ਆਪਦਾ ਕੈਲਕੂਲੇਟ ਕਰਿਆ ਸੀ। ਹਾਲਾਂਕਿ ਕਾਂਗਰਸ ਦੇ ਲੀਡਰਾਂ ਵੱਲੋਂ ਦਾਅਵੇ, ਪ੍ਰਤਾਪ ਸਿੰਘ ਬਾਜਵਾ ਵੱਲੋਂ ਤਾਂ ਕਾਨਫਰੰਸ ਵੀ ਹੋ ਗਈ ਸੀ ਵੀ ਅਸੀਂ 1 ਲੱਖ ਵੋਟ 'ਤੇ ਜਿੱਤ ਜਾਵਾਂਗੇ। ਪਰ ਉਹਨੂੰ ਛੱਡ ਕੇ ਜਿਹੜਾ ਆਪਦੀ ਉਹਨਾਂ ਦੀ ਕੈਲਕੂਲੇਸ਼ਨ ਸੀ, ਉਹ ਸਾਨੂੰ ਜੋ ਪਤਾ ਲੱਗਿਆ ਹੈਗਾ 2 ਲੱਖ ਤੋਂ 2,05,000 10,000 ਵੋਟ ਦੀ ਸੀ, ਉਹ ਭੁਗਤੀ ਆ, ਉਹ ਕਾਂਗਰਸ ਨੂੰ ਭੁਗਤੀ ਆ। ਪਰ ਜਿਹੜਾ ਫਲੋਟਿੰਗ ਵੋਟ ਸੀ ਜਾਂ ਆਪਾਂ ਸਾਇਲੈਂਟ ਵੋਟ ਕਹਿ ਦਈਏ ਜਾਂ ਕੁਛ ਵੀ ਨਾਮ ਦੇ ਦਈਏ ਉਹਨੂੰ, ਉਹ ਵੋਟ ਆ ਜਿਹੜਾ ਉਹ ਸਾਰਾ ਆਮ ਆਦਮੀ ਪਾਰਟੀ ਕਣੀ ਵੀ ਚਲਾ ਗਿਆ। ਅਤੇ ਜ਼ਿਆਦਾਤਰ ਉਹ ਜਿਹੜਾ ਕਾਂਗਰਸ ਨੂੰ ਪੈਣਾ ਸੀ ਉਹ BJP ਨੂੰ ਭੁਗਤਿਆ ਗਿਆ। ਇਹ ਸਾਫ਼ ਹੀ ਨਜ਼ਰ ਆਉਂਦਾ। ਮੈਂ ਹੋਰ ਵੀ ਜਿਹੜੇ ਅੰਕੜੇ ਨੇ ਮੈਂ ਪੜ੍ਹਦੇ ਹਾਂ। ਸ਼ਾਹਕੋਟ ਦੀ ਜੇ ਆਪਾਂ ਗੱਲ ਕਰੀਏ, ਸ਼ਾਹਕੋਟ ਦੇ ਵਿੱਚ ਵੀ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਅੱਗੇ ਰਹੀ ਹੈ, ਰਾਣਾ ਗੁਰਜੀਤ ਦੇ ਭਤੀਜੇ ਪਿਛਲੇ ਦਿਨੀ ਆਮ ਆਦਮੀ ਪਾਰਟੀ 'ਚ ਰਲਦੇ ਅਤੇ ਸ਼ਾਹਕੋਟ ਦੀਆਂ ਸਾਰੀਆਂ ਪੰਚਾਇਤਾਂ ਨਾਲ ਲੈ ਕੇ ਜਾਂਦੇ ਆ ਜੀ। 36,010 ਵੋਟਾਂ ਆਮ ਆਦਮੀ ਪਾਰਟੀ ਨੂੰ ਸ਼ਾਹਕੋਟ ਹਲਕੇ 'ਚੋਂ ਪਈਆਂ ਨੇ। ਅਤੇ ਜੇ ਆਪਾਂ ਇੱਥੇ ਕਾਂਗਰਸ ਦੀ ਗੱਲ ਕਰੀਏ, ਕਾਂਗਰਸ ਨੂੰ 35,737 ਵੋਟਾਂ ਪਈਆਂ ਨੇ। ਇੱਥੇ ਨੈਕ ਟੂ ਨੈਕ ਸੀ। ਅਤੇ ਇਹ ਸ਼੍ਰੋਮਣੀ ਅਕਾਲੀ ਦਲ ਦਾ ਗੜ੍ਹ ਹੋਇਆ ਕਰਦਾ ਸੀ ਹਲਕਾ, ਅਜੀਤ ਸਿੰਘ ਕਹਾੜ ਦਾ ਹਲਕਾ, ਲਗਾਤਾਰ 5 ਵਾਰੀ ਜਿੱਤਣ ਛੋਟੀ ਗੱਲ ਨਹੀਂ ਹੁੰਦੀ। ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਸਿਰਫ 19,106 ਵੋਟਾਂ ਪਈਆਂ ਆਪਦੇ ਗੜ੍ਹ ਦੇ ਵਿੱਚੋਂ ਜੇ ਆਪਾਂ ਕਹਿ ਲਈਏ। ਭਾਜਪਾ ਨੂੰ 7,119 ਵੋਟਾਂ ਸ਼ਾਹਕੋਟ 'ਚੋਂ ਪਈਆਂ ਨੇ। ਬਹੁਤ ਵੋਟ ਜਿਹੜੀ ਸ਼ਾਹਕੋਟ 'ਚੋਂ ਭਾਜਪਾ ਲੈ ਕੇ ਗਈ ਹੈ। ਅਤੇ ਜੇ ਜਲੰਧਰ ਪੱਛਮੀ ਦੀ ਗੱਲ ਕਰੀਏ, ਜਲੰਧਰ ਪੱਛਮੀ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਵੋਟ ਆਮ ਆਦਮੀ ਪਾਰਟੀ ਨੂੰ 35,268 ਵੋਟਾਂ, ਇੱਥੇ ਵੀ ਆਮ ਆਦਮੀ ਪਾਰਟੀ ਅੱਗੇ ਰਹੀ ਹੈ। ਫਿਰ ਕਾਂਗਰਸ ਜਿਹੜੀ ਆ 10,000 ਫਰਕ ਦੇ ਨਾਲ ਪਿੱਛੇ ਆ, 25,821 ਵੋਟਾਂ ਜਲੰਧਰ ਪੱਛਮੀ 'ਚੋਂ। ਅਤੇ ਭਾਜਪਾ ਨੂੰ 21,826 ਵੋਟਾਂ, ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਕੇਵਲ ਜਿਹੜੀਆਂ 6,294 ਵੋਟਾਂ ਜਲੰਧਰ ਪੱਛਮੀ 'ਚ ਪਈਆਂ ਨੇ। ਅਤੇ ਜੇ ਆਪਾਂ ਜਲੰਧਰ ਕੇਂਦਰੀ ਦੀ ਗੱਲ ਕਰੀਏ, ਜਲੰਧਰ ਕੇਂਦਰੀ ਦੇ ਵਿੱਚ ਭਾਜਪਾ ਸਭ ਤੋਂ ਅੱਗੇ ਰਹੀ ਹੈ। ਜਲੰਧਰ ਕੇਂਦਰੀ 'ਚ ਭਾਜਪਾ 25,259 ਵੋਟਾਂ ਲੈ ਕੇ ਗਈ ਹੈ। ਉਸ ਤੋਂ ਬਾਅਦ ਆਮ ਆਦਮੀ ਪਾਰਟੀ 24,716 ਵੋਟਾਂ ਜਲੰਧਰ ਕੇਂਦਰੀ 'ਚੋਂ, ਅਤੇ ਕਾਂਗਰਸ ਲੈ ਕੇ ਗਈ ਆ 24,368 ਵੋਟਾਂ, ਅਤੇ ਸ਼੍ਰੋਮਣੀ ਅਕਾਲੀ ਦਲ ਮਹਿਜ਼ 5,025 ਵੋਟਾਂ ਜਿਹੜਾ ਲੈ ਪਾਇਆ ਜਲੰਧਰ ਕੇਂਦਰੀ ਦੇ ਵਿੱਚ। ਇਹ ਆਪਾਂ ਉਸ ਦਿਨ ਵੀ ਗੱਲ ਕਰੀ ਸੀ ਵੀ ਜਿਹੜਾ ਜਲੰਧਰ ਸੈਂਟਰਲ ਆ ਨਾ, ਸੈਂਟਰਲ ਦੇ ਵਿੱਚ BJP ਦਾ ਅਪ ਹੈਂਡ ਰਹੂਗਾ। ਤਾਂ ਉਹ ਹਾਲਾਂਕਿ ਉਹ ਨੈਕ ਟੂ ਨੈਕ ਹੀ ਸੀਗਾ ਮੁਕਾਬਲਾ, ਪਰ ਫਿਰ ਵੀ BJP ਨੇ ਕਿਤੇ ਨਾ ਕਿਤੇ ਸੈਂਟਰ ਦੇ ਵਿੱਚ ਉਹ ਬਹੁਤ ਵਧੀਆ ਪਰਫਾਰਮੈਂਸ ਦਿੱਤੀ ਹੈ। ਜੇ ਆਪਾਂ ਜਲੰਧਰ ਉੱਤਰੀ ਦੀ ਗੱਲ ਕਰ ਲਈਏ ਰਤਨ, ਤਾਂ ਜਲੰਧਰ ਉੱਤਰੀ ਦੇ ਵਿੱਚ ਵੀ ਭਾਜਪਾ ਅੱਗੇ ਰਹੀ ਆ। ਆਪਾਂ ਸੈਂਟਰਲ ਦੀ ਗੱਲ ਕੀਤੀ ਹੈ, ਇਸ ਤੋਂ ਪਹਿਲਾਂ ਕੇਂਦਰੀ 'ਚ ਵੀ ਭਾਜਪਾ ਅੱਗੇ ਰਹੀ ਹੈ। ਅਤੇ ਜਲੰਧਰ ਨਾਰਥ ਦੇ ਵਿੱਚ ਵੀ ਭਾਜਪਾ ਅੱਗੇ ਰਹੀ ਹੈ। ਭਾਜਪਾ 31,549 ਵੋਟਾਂ ਜਲੰਧਰ ਨਾਰਥ 'ਚੋਂ ਲੈ ਕੇ ਗਈ ਹੈ। ਅਤੇ ਆਮ ਆਦਮੀ ਪਾਰਟੀ ਕੋਲੇ ਜਲੰਧਰ ਉੱਤਰੀ ਦੇ ਵਿੱਚ 30,290 ਵੋਟਾਂ ਉਹਨਾਂ ਨੂੰ ਮਿਲੀਆਂ ਨੇ। ਅਤੇ ਉਸ ਤੋਂ ਬਾਅਦ ਕਾਂਗਰਸ ਨੂੰ 27,946 ਵੋਟਾਂ ਪਈਆਂ ਨੇ, ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਮਹਿਜ਼ 6549 ਵੋਟਾਂ ਪਈਆਂ ਨੇ ਜਲੰਧਰ ਉੱਤਰੀ ਦੇ ਵਿੱਚੋਂ। ਅਤੇ ਜਿਸ ਤਰੀਕੇ ਦੇ ਨਾਲ ਆਪਾਂ ਕਹਿ ਸਕਦੇ ਹਾਂ ਕਿ
ਜਿਵੇਂ ਅਕਾਲੀ ਦਲ ਦਾ ਜਿਹੜਾ ਮਾੜਾ ਹਾਲ ਰਿਹਾ ਹੈਗਾ, ਮਾੜਾ ਪ੍ਰਦਰਸ਼ਨ ਸ਼ਹਿਰ ਦੇ ਵਿੱਚ ਜਿਹੜਾ ਚਾਰੇ ਥਾਵਾਂ ਤੋਂ ਕੋਈ ਬਹੁਤਾ ਵਧੀਆ ਪ੍ਰਦਰਸ਼ਨ ਅਕਾਲੀ ਦਲ ਦਾ ਨਹੀਂ ਰਿਹਾ ਹੈਗਾ। ਪਰ ਇੱਕ ਗੱਲ ਹੋਰ ਆ, ਜਦੋਂ ਆਪਾਂ ਕਹਿ ਦਈਏ ਵੀ ਕਾਊਂਟਿੰਗ ਚੱਲ ਰਹੀ ਸੀ 12 ਕੁ ਵਜੇ, ਹੈ ਨਾ, ਜਦੋਂ ਅਸੀਂ ਉਹ ਦੋਨੇ ਵੋਟਾਂ ਨੂੰ ਪਲੱਸ ਕਰਕੇ ਜਾਂ ਦੋਨਿਆਂ ਨੂੰ ਪਲੱਸ ਕਰਕੇ ਦੇਖਦੇ ਸੀ ਬੀਜੇਪੀ ਤੇ ਅਕਾਲੀ ਦਲ ਨੂੰ, ਉਦੋਂ ਚਰਚਾ ਵੀ ਕਈ ਚੈਨਲਾਂ ਦੇ ਉੱਤੇ ਡਿਬੇਟ ਚੱਲ ਰਹੀ ਸੀ ਵੀ ਇਹ ਆਮ ਆਦਮੀ ਪਾਰਟੀ ਤੋਂ ਅੱਗੇ। ਪਰ ਹੁਣ ਜਿਹੜਾ ਅਖੀਰਲਾ ਰਿਜ਼ਲਟ ਆਇਆ ਤਾਂ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਜੇ ਆਪਾਂ ਦੋਨਾਂ ਦੇ ਵੋਟਾਂ ਨੂੰ ਪਲੱਸ ਕਰਕੇ ਦੇਖਾਂਗੇ, ਹਜੇ ਵੀ ਉਹ ਆਮ ਆਦਮੀ ਪਾਰਟੀ ਦੇ 20,000 ਵੋਟ ਤੋਂ ਪਿੱਛੇ ਨੇ ਜਿਹੜਾ ਹੁਣ ਆਇਆ ਹੈਗਾ। ਤਾਂ ਉੱਥੇ ਵੀ ਕਿਤੇ ਨਾ ਕਿਤੇ ਹੁਣ ਉਹ ਚਰਚਾ ਤਾਂ, ਚਲੋ ਇਹ ਚਰਚਾ ਦਾ ਵਿਸ਼ਾ ਹੈਗਾ, ਤਾਂ ਹੀ ਆਪਾਂ ਚਰਚਾ ਕਰ ਰਹੇ ਹਾਂ। ਜੇ ਜਿਸ ਤਰੀਕੇ ਦੇ ਨਾਲ ਅਕਾਲੀ ਦਲ ਤੇ ਪਲੱਸ ਬੀਜੇਪੀ ਸਰਕਾਰ ਬਣਾਉਂਦੀ ਰਹੀ ਹੈ, ਲਗਾਤਾਰ ਰਿਪੀਟ ਵੀ ਹੋਈ ਸਰਕਾਰ, ਹੈ ਨਾ, ਦੂਜੀ ਵਾਰੀ 10 ਸਾਲ ਕਦੇ ਨਹੀਂ ਹੋਇਆ ਪੰਜਾਬ 'ਚ ਇੱਦਾਂ, ਕਦੇ ਵੀ ਨਹੀਂ ਹੋਇਆ ਇਤਿਹਾਸ ਦੇ ਵਿੱਚ। ਪਹਿਲੀ ਵਾਰੀ ਹੋਇਆ ਸੀ ਕਿ ਅਕਾਲੀ ਦਲ ਰਿਪੀਟ ਕਰ ਗਿਆ 12 ਦੇ ਵਿੱਚ, ਅਤੇ ਅਕਾਲੀ ਭਾਜਪਾ ਗੱਠਜੋੜ ਜਿਹੜਾ ਸਰਕਾਰ ਬਣਾਉਂਦਾ ਰਿਹਾ ਪੰਜਾਬ ਦੇ ਵਿੱਚ। ਅਤੇ ਜੇ ਇੱਥੇ ਜਿਵੇਂ ਕਿਆਸ ਲੱਗ ਰਹੀ ਸੀਗੀ, ਜਿਵੇਂ ਇਹ ਕਿਹਾ ਜਾ ਰਿਹਾ ਹੁਣ ਸਮੀਕਰਨ ਦੇਖ ਕੇ, ਜਿਹੜੀਆਂ ਵੋਟਾਂ ਪੋਲ ਹੋਈਆਂ ਨੇ, ਜਿਹੜੇ ਰਿਜ਼ਲਟ ਆਏ ਨੇ, ਚਾਹੇ ਉਹ ਅਕਾਲੀ ਦਲ ਦੇ ਹੋਣ, ਅਕਾਲੀ ਦਲ ਨਾਲ ਖੈਰ ਬਸਪਾ ਦਾ ਵੀ ਗੱਠਜੋੜ ਹੈਗਾ ਗਾ, ਬਸਪਾ ਦੀ ਵੋਟ ਵੀ ਉਹਦੇ ਵਿੱਚ ਕਾਊਂਟ ਹੁੰਦੀ ਹੈ। ਪਰ ਅਕਾਲੀ ਬੀਜੇਪੀ ਦਾ ਜੇ ਇੱਥੇ ਗੱਠਜੋੜ ਹੁੰਦਾ ਤਾਂ ਕਿਤੇ ਨਾ ਕਿਤੇ ਕਾਂਗਰਸ ਨੂੰ ਪਛਾੜ ਕੇ ਦੂਜੇ ਜਾਂ ਪਹਿਲੇ ਨੰਬਰ 'ਤੇ ਆ ਸਕਦਾ। ਪੰਜਾਬ ਦੇ ਵਿੱਚ ਇੱਕ ਗੱਲ ਤਾਂ ਦੇਖੋ ਕਲੀਅਰ ਹੋ ਗਈ, ਜਦੋਂ 4 ਪਾਰਟੀਆਂ ਹੋਣਗੀਆਂ ਇੱਥੇ ਚੋਣ ਮੈਦਾਨ ਦੇ ਵਿੱਚ, ਫੈਸਲਾ ਕਿਸੇ ਦੀ ਝੋਲੀ ਵੀ ਜਾ ਸਕਦਾ, ਖਾਸ ਕਰਕੇ ਸੱਤਾਧਰ ਪਾਰਟੀ ਦੀ ਝੋਲੀ। ਕਿਉਂਕਿ ਜੇ ਅਸੀਂ ਅਕਾਲੀ ਦਲ ਦੀ ਗੱਲ ਕਰਦੇ ਹਾਂ, ਤੁਸੀਂ 2012 ਦੀ ਆਪਾਂ PPP ਦੀ ਗੱਲ ਕਰੀਏ ਤਾਂ ਉੱਥੇ ਵੀ ਅਕਾਲੀ ਦਲ ਨੂੰ ਫਾਇਦਾ ਹੋ ਗਿਆ ਸੀ, ਤਾਂ ਹੀ ਇਹਨਾਂ ਦੀ ਸਰਕਾਰ ਆ ਜਿਹੜੀ ਉਹ ਰਿਪੀਟ ਕਰਦੀ ਆ। ਉਹ ਕਾਂਗਰਸ ਦਾ ਵੋਟ ਹੀ ਉਹਨਾਂ ਨੇ ਤੋੜਤਾ ਸੀ, ਤੇ ਉਹ ਆਪ ਮਨਪ੍ਰੀਤ ਸਿੰਘ ਬਾਦਲ ਦੀ ਪਾਰਟੀ ਨੂੰ ਸਾਰਾ ਵੋਟ ਪੈ ਗਿਆ ਸੀ। ਤਾਂ ਉਹ ਇੱਥੇ ਵੀ ਜਿਹੜੀਆਂ ਉਹੋ ਜਿਹੀਆਂ ਹੀ ਤਸਵੀਰਾਂ ਆਈਆਂ ਉਹ ਸਾਹਮਣੇ ਆਈਆਂ। ਤਾਂ ਬੀਜੇਪੀ ਨੇ ਆਪਾਂ ਕਹਿ ਦਈਏ ਵੀ ਟਰਨਿੰਗ ਪੁਆਇੰਟ ਰਹੀ ਆ, ਜਾਂ ਆਪਾਂ ਕਹਿ ਦਈਏ ਵੀ ਜਿਹੜਾ ਪਿੱਛੇ ਦਾ ਕੰਮ ਕੀਤਾ ਉਹ ਬੀਜੇਪੀ ਨੇ ਕੀਤਾ, ਜਿਹੜਾ ਬੀਜੇਪੀ ਨੂੰ ਬਹੁਤ ਸਾਰਾ ਜਿਹੜਾ ਸ਼ਹਿਰੀ ਵੋਟ ਬੈਂਕ ਪੈ ਗਿਆ, ਤੇ ਉਹ ਸ਼ਹਿਰੀ ਵੋਟ ਬੈਂਕ ਉਹ ਸਾਰਾ ਦੇ ਸਾਰਾ ਹੀ ਕਾਂਗਰਸ ਦਾ ਸੀਗਾ। ਫਿਰ ਕਿਤੇ ਨਾ ਕਿਤੇ ਕਾਂਗਰਸ ਟਫ ਫਾਈਟ ਦੇ ਸਕਦਾ ਸੀ, ਹਾਲਾਂਕਿ ਜਿਹੜਾ ਮਾਰਜਨ ਬਹੁਤ ਵੱਡਾ ਹੈਗਾ, ਤੇ ਇਹ ਵਨ ਸਾਈਡਡ ਮਾਰਜਨ ਆ। ਜਿਵੇਂ ਹਾਲਾਂਕਿ ਪਹਿਲਾਂ ਇਹ ਗੱਲ ਵੀ ਚੱਲ ਰਹੀ ਸੀ, ਆਪਾਂ ਵੀ ਗੱਲ ਕਰੀ ਵੀ 15,000 ਤੋਂ 20,000 ਗੱਲ ਹੋਣੀ ਹੈ ਵੀ 25% ਵੋਟ ਕਿਹਨੂੰ ਪਊਗਾ, ਜਾਂ ਹਾਲਾਂਕਿ ਇੱਥੇ ਇਹਨਾਂ ਨੂੰ ਮੈਨੂੰ ਲੱਗਦਾ 35% ਤੱਕ ਵੋਟ ਪੈ ਗਿਆ। ਤਾਂ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਆ। ਕਿਤੇ ਨਾ ਕਿਤੇ ਜਿਹੜਾ ਬਿਜਲੀ ਬਿੱਲ ਆ ਉਹ ਇਹਨਾਂ ਦਾ ਕੰਮ ਕਰ ਗਿਆ ਹੈਗਾ ਜਲੰਧਰ ਦੇ ਵਿੱਚ। ਜੀ ਠੀਕ ਹੈ, ਜਿਸ ਤਰੀਕੇ ਦੇ ਨਾਲ ਤੁਸੀਂ ਕਿਹਾ ਕਿ ਬਿਜਲੀ ਬਿੱਲ ਕੰਮ ਕਰ ਗਿਆ, ਪਰ ਪਾਰਲੀਮੈਂਟ ਚੋਣ ਦੇ ਲਈ ਨਾ ਤੁਹਾਡਾ ਇੱਕ ਕਹਿ ਲਈਏ ਚੋਣ ਮੈਨੀਫੈਸਟੋ ਜਿਹੜਾ ਹੁੰਦਾ ਹੈਗਾ, ਹਾਲਾਂਕਿ ਜਿਮਣੀ ਚੋਣ ਹੀ ਸੀ, ਪਰ ਸਰਕਾਰ ਦਿਖਾ ਰਹੀ ਸੀ 1 ਸਾਲ ਕੰਮ ਦਮਦਾਰ। ਮੈਨੂੰ ਲੱਗਦਾ ਵੀ ਜਲੰਧਰ ਦੇ ਲੋਕਾਂ ਨੂੰ ਜਿਹੜਾ 1 ਸਾਲ ਕੰਮ ਦਮਦਾਰ ਉਹ ਚੰਗਾ ਲੱਗਿਆ ਹੈਗਾ, ਇਸੇ ਕਰਕੇ ਜਿਹੜਾ ਇੰਨੀ ਵੱਡੀ ਬਹੁਮਤ ਮਿਲੀ ਆ। ਅਤੇ ਮੈਂ ਹੋਰ ਤਾਂ ਕਿਸੇ ਨੂੰ ਖੈਰ ਨਹੀਂ, ਪਰ CM ਸਾਹਿਬ ਨੂੰ ਮੈਂ ਜ਼ਰੂਰ ਵਧਾਈ ਦੇਣਾ ਚਾਹੂੰਗਾ, ਮੁੱਖ ਮੰਤਰੀ ਪੰਜਾਬ ਨੂੰ, ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੂੰ ਵੀ ਵਧਾਈ ਦੇਣੀ ਚਾਹਾਂਗੇ ਅਸੀਂ ਵੀ ਕਿਤੇ ਨਾ ਕਿਤੇ, ਕਿਉਂਕਿ ਪਾਰਟੀ ਦੇ ਪ੍ਰਧਾਨ ਨੇ ਉਹ ਆਮ ਆਦਮੀ ਪਾਰਟੀ ਦੇ। ਸਭ ਤੋਂ ਜ਼ਿਆਦਾ ਰੋਡ ਸ਼ੋਅ ਉਹਨਾਂ ਵੱਲੋਂ ਹੀ ਕੀਤੇ ਗਏ, ਤੇ ਉਹਨਾਂ ਵੱਲੋਂ ਆਪ ਖੁਦ ਜਿਹੜਾ ਇਲੈਕਸ਼ਨ ਆ ਉਹ ਕਾਫੀ ਮੈਨੇਜ ਕੀਤਾ ਗਿਆ ਅਖੀਰਲੇ ਦਿਨਾਂ ਦੇ ਵਿੱਚ। ਹਾਂ, ਉਹਨਾਂ ਲਈ ਵੀ ਮੁੱਛ ਦਾ ਸਵਾਲ ਸੀ, ਕਿਉਂਕਿ ਜਿਵੇਂ ਆਪਾਂ ਗੱਲ ਕਰ ਰਹੇ ਸੀ ਨਾ ਵੀ ਰੀਜਨਲ ਪਾਰਟੀ ਤਾਂ ਨਹੀਂ ਆ, ਨੈਸ਼ਨਲ ਪਾਰਟੀ ਆ। ਸੋ ਕਈਆਂ ਦਾ ਜ਼ੋਰ ਵੀ ਲੱਗਿਆ ਹੋਇਆ ਸੀ CM ਖਿਲਾਫ ਬਗਾਵਤ ਕਰਨ ਦੇ ਲਈ। ਸੋ ਉਹਨਾਂ ਦਾ ਪੂਰਾ ਜ਼ੋਰ ਲੱਗਿਆ ਸੀ ਕਿ ਇਹ ਸੀਟ ਹਰ ਹਾਲਤ 'ਚ ਕੱਢਣੀ ਹੈ। ਸੋ ਸਭ ਤੋਂ ਜ਼ਿਆਦਾ ਵਧਾਈ ਦੇ ਪਾਤਰ ਤਾਂ ਮੁੱਖ ਮੰਤਰੀ ਪੰਜਾਬ ਨੇ, ਹੋਰ ਕੋਈ ਹੋਵੇ ਨਾ ਹੋਵੇ, ਸੋ ਸਭ ਤੋਂ ਪਹਿਲਾਂ ਵਧਾਈ ਦੇਣੀ ਉਹਨਾਂ ਨੂੰ ਬਣਦੀ। ਹਾਂ, ਕਿਉਂਕਿ ਜੇ ਆਪਾਂ ਦੂਜੇ ਪਾਸੇ ਦੇਖਦੇ ਹਾਂ, ਹਾਲਾਂਕਿ ਉਹਨਾਂ ਦੀਆਂ ਜਿਹੜੀਆਂ ਰੋਡ ਸ਼ੋਅ ਆ ਜਾਂ ਰੈਲੀਆਂ, ਆਪਾਂ ਕਹਦੇ ਵੀ ਕਰਨਾਟਕਾ 'ਚ ਵੀ ਐਤਕੀ ਆਮ ਆਦਮੀ ਪਾਰਟੀ ਖਾੜੇ ਦੇ ਵਿੱਚ ਸੀ, ਪਰ ਉੱਥੋਂ ਦਾ ਜਿਹੜਾ ਨਤੀਜਾ ਹੈਗਾ ਉਹ ਨਤੀਜਾ ਕੁਛ ਹੋਰ ਆਇਆ ਹੈਗਾ ਜੇ ਆਪਾਂ ਇਸ ਪਾਰਟੀ ਦੀ ਗੱਲ ਕਰਦੇ ਹਾਂ। ਪਰ ਜਿਵੇਂ ਰਤਨ ਆਪਾਂ ਗੱਲ ਕੀਤੀ ਸੀ ਨਾ ਵੀ ਨੈਸ਼ਨਲ ਪਾਰਟੀ ਹੋਰ ਤਰੀਕੇ ਨਾਲ ਰਿਐਕਟ ਕਰਦੀ ਹੈ। ਨੈਸ਼ਨਲ ਪਾਰਟੀ ਦੇ ਵਿੱਚ ਕੇਵਲ ਹੁਣ ਭਗਵੰਤ ਸਿੰਘ ਮਾਨ ਹੀ ਨਹੀਂ ਆਉਂਦੇ ਮੁੱਖ ਮੰਤਰੀ ਪੰਜਾਬ। ਚਲੋ ਉਹ ਤਾਂ ਮਤਲਬ ਖੈਰ ਆਪਾਂ ਕਹਿ ਸਕਦੇ ਹਾਂ ਵੀ ਬਗਾਵਤ ਹੋ ਸਕਦਾ ਨਾ ਹੋਵੇ ਹੁਣ, ਹੈ ਨਾ, ਉਸ ਤਰੀਕੇ ਦੀ, ਜਾਂ ਨਾ ਹੀ ਹੋਵੇ। ਅਤੇ ਭਗਵੰਤ ਸਿੰਘ ਮਾਨ ਜੇਤੂ ਰਹੇ ਆ, ਸੁਸ਼ੀਲ ਰਿੰਕੂ ਨਹੀਂ, ਸਗੋਂ ਭਗਵੰਤ ਸਿੰਘ ਮਾਨ ਜੇਤੂ ਰਹੇ ਆ ਇੱਥੇ, ਇਹ ਆਪਾਂ ਕਹਿ ਸਕਦੇ ਹਾਂ। ਪਰ ਦੂਜੇ ਪਾਸੇ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਨੇ। ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਕਾਂਗਰਸ ਦੇ ਪ੍ਰਧਾਨ ਨੇ, ਪੰਜਾਬ ਪ੍ਰਦੇਸ਼ ਕਾਂਗਰਸ ਦੇ। ਸੋ ਉਹਨਾਂ 'ਤੇ ਵੀ ਸਵਾਲ ਖੜ੍ਹੇ ਹੋ ਸਕਦੇ ਆ, ਕਿਉਂਕਿ ਉਹਨਾਂ ਦੀ ਅਗਵਾਈ ਦੇ ਵਿੱਚ ਚੋਣ ਲੜੀ ਗਈ ਸੀ। ਸੋ ਹੋ ਸਕਦਾ ਉਹਨਾਂ ਨੂੰ ਵੀ ਬਦਲਿਆ ਜਾਵੇ, ਜਾਂ ਇੱਦਾਂ ਦੀਆਂ ਗੱਲਾਂ ਵੀ ਚੱਲ ਪਈਆਂ। ਪੋਸਟ ਇੱਕ ਦੋ ਸਾਹਮਣੇ ਆਈਆਂ, ਇੱਦਾਂ ਦੀਆਂ ਗੱਲਾਂ ਵੀ ਚੱਲ ਪਈਆਂ ਨੇ। ਇਹ ਪੋਸਟ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਲੈ ਕੇ ਨਹੀਂ, ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਵੀ ਆ ਰਹੀਆਂ ਹੈਗੀਆਂ ਵੀ ਅਸੀਂ ਦੂਸਰੀ ਜਿਮਨੀ ਚੋਣ, ਜਿਹੜਾ ਪਹਿਲਾ ਵੱਡਾ ਇਲੈਕਸ਼ਨ ਤਾਂ ਹਾਰੇ ਹੀ ਹਾਰੇ ਆ, ਤੇ ਉਸ ਤੋਂ ਪਹਿਲਾਂ ਵੀ ਇਲੈਕਸ਼ਨ ਹਾਰੇ ਆ, ਵੀ 2 ਵਾਰ
ਫੁੱਲ ਫਲੈਜ ਇਲੈਕਸ਼ਨ ਅਸੀਂ ਹਾਰੇ ਹਾਂ। ਜੇ ਵਿਧਾਨ ਸਭਾ ਦੀ ਗੱਲ ਕਰਦੇ ਹਾਂ ਤਾਂ ਹੁਣ 2 ਅਸੀਂ ਜ਼ਿਮਨੀ ਚੋਣਾਂ ਜਿਹੜੀਆਂ ਉਹ ਹਾਰ ਗਏ, ਤੇ ਪਿਛਲੀ ਲੋਕ ਸਭਾ ਦੇ ਵਿੱਚ ਵੀ ਕੋਈ ਉਹੋ ਜਿਹੀ ਵਧੀਆ ਪਰਫਾਰਮੈਂਸ ਨਹੀਂ ਰਹੀ। ਉਹ ਤਾਂ ਝੁੰਦਾ ਕਮੇਟੀ ਦੀ ਰਿਪੋਰਟ ਦੇ ਵਿੱਚ ਵੀ ਸੀਗਾ ਕਿ ਜਿਹੜਾ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਜਿਵੇਂ ਡਾਇਰੈਕਟਲੀ ਤਾਂ ਨਹੀਂ ਕਿਹਾ ਵੀ ਅਸਤੀਫਾ ਦਿਓ ਤੁਸੀਂ ਜੀ, ਪਰ ਇਹ ਗੱਲ ਤਾਂ ਆਖੀ ਗਈ ਨਾ ਵੀ 10 ਸਾਲ ਹੀ ਪ੍ਰਧਾਨ ਰਹਿ ਸਕਦਾ ਕੋਈ। ਸੋ ਉਹ ਗੱਲ ਕਿਸੇ ਤਰੀਕੇ ਨਾਲ ਹੀ ਕਹੀ ਜਾਂਦੀ ਹੁੰਦੀ ਆ ਜੀ, ਗੱਲ ਅਲੰਕਾਰ ਲਾ ਕੇ ਕਹੀ ਜਾਂਦੀ ਹੁੰਦੀ ਆ। ਜੇ ਕਮੇਟੀ ਦੀ ਜੇ ਆਪਾਂ ਕਹਿ ਲਈਏ ਝੁੰਦਾ ਕਮੇਟੀ ਜਿਹੜੀ ਬਣਾਈ ਗਈ ਇਕਬਾਲ ਸਿੰਘ ਝੁੰਦਾ ਹੋਰਾਂ ਦੀ ਅਗਵਾਈ ਦੇ ਵਿੱਚ, ਤਾਂ ਉਹਨਾਂ ਨੇ ਰਿਪੋਰਟ ਪੇਸ਼ ਕੀਤੀ। ਉਹਨਾਂ ਨੇ ਕਿਹਾ ਕਿ 10 ਸਾਲ ਲਈ ਇੱਕ ਪ੍ਰਧਾਨ ਰਹਿ ਸਕਦਾ, ਪਾਰਟੀ ਪ੍ਰਧਾਨ ਨੂੰ ਕੁਝ ਕੁ ਜਿਹੜੇ ਲੋਕ ਨੇ ਉਹਨਾਂ ਨੂੰ ਦੂਰ ਕਰਨਾ ਚਾਹੀਦਾ ਆਪਣੇ ਆਪ ਤੋਂ, ਹੈ ਨਾ। ਸੋ ਇਹ ਗੱਲਾਂ ਆਖੀਆਂ ਗਈਆਂ ਸੀ। ਸੋ ਬਕਾਇਦਾ ਤੌਰ 'ਤੇ ਸਿੱਧਾ ਹੀ ਸੀ ਉਹ ਕਿ ਜਿਹੜਾ 10 ਸਾਲ ਪ੍ਰਧਾਨ ਰਹਿ ਚੁੱਕਿਆ ਆਲਰੇਡੀ, ਉਹਨਾਂ ਨੂੰ ਹੁਣ ਅਸਤੀਫਾ ਦੇਣਾ ਚਾਹੀਦਾ ਕਿਉਂਕਿ ਉਹਨਾਂ ਦੀ ਅਗਵਾਈ ਦੇ ਵਿੱਚ ਚੋਣ ਹਾਰ ਗਏ ਹਾਂ ਅਸੀਂ। ਅਤੇ ਉਹ ਜਿਹੜੀ ਰਿਪੋਰਟ ਹੈ ਉਦੋਂ ਬਾਅਦ ਉਹਦੇ ਉੱਤੇ ਕੋਈ ਡਿਸਕਸ਼ਨ ਨਹੀਂ ਹੋਈਗੀ ਝੁੰਦਾ ਕਮੇਟੀ ਦੀ ਰਿਪੋਰਟ ਦੇ ਉੱਤੇ। ਲਗਾਤਾਰ ਜਗਮੀਤ ਬਰਾੜ ਰੌਲਾ ਪਾਉਂਦੇ ਰਹੇ ਆ, ਲਗਾਤਾਰ ਏਆਲੀ ਹੁਰੀ, ਮਨਪ੍ਰੀਤ ਸਿੰਘ ਏਆਲੀ ਹੁਰੀ ਉਸ ਗੱਲ 'ਤੇ ਬੋਲਦੇ ਰਹੇ ਆ, ਪਰ ਉਹ ਕਿਤੇ ਨਾ ਕਿਤੇ ਉਹ ਰਿਪੋਰਟ 'ਤੇ ਹੁਣ ਗੱਲ ਹੀ ਨਹੀਂ। ਇਸ ਨੂੰ ਦੂਸਰੀ ਗੱਲ ਰਤਨ ਇੱਥੇ ਕਰ ਲੈਣੀ ਬਣਦੀ ਆ ਵੀ ਜਿਵੇਂ ਆਪਾਂ ਕਿਹਾ ਸੀ ਵੀ 10 ਸਾਲ ਦੇ ਲਈ ਪ੍ਰਧਾਨਗੀ, ਜਿਵੇਂ ਝੁੰਦਾ ਕਮੇਟੀ ਦੀ ਰਿਪੋਰਟ ਦੇ ਵਿੱਚ ਕਿਹਾ ਗਿਆ ਸੁਖਬੀਰ ਸਿੰਘ ਬਾਦਲ ਦੀ ਮਤਲਬ ਉਹਨਾਂ ਨੂੰ ਅਸਤੀਫਾ ਦੇਣਾ ਚਾਹੀਦਾ। ਅਸਤੀਫਾ ਨਹੀਂ ਵੀ 10 ਸਾਲ ਦੇ ਲਈ ਪ੍ਰਧਾਨ ਰਹੂਗਾ। ਸੋ ਜ਼ਾਹਰ ਜੀ ਗੱਲ ਆ, ਸੱਦਾ ਕਿਹਾ ਸੀ ਇੰਡਾਇਰੈਕਟਲੀ ਵੇ ਦੇ ਨਾਲ ਵੀ ਅਸਤੀਫਾ ਦੇ ਦੇਣਾ ਚਾਹੀਦਾ। ਹਾਲਾਂਕਿ ਸੁਖਬੀਰ ਸਿੰਘ ਬਾਦਲ ਨੇ ਇਹ ਗੱਲ ਜਿਹੜੀ ਆ ਕੋਰ ਕਮੇਟੀ ਦੀ ਮੀਟਿੰਗ 'ਚ ਕਹੀ ਵੀ ਆ ਕਿ ਮੈਂ ਦੇ ਦਿੰਦਾ ਅਸਤੀਫਾ, ਤੁਸੀਂ ਦੱਸੋ ਡਿਸਾਈਡ ਕਰੋ ਕੌਣ ਬਣਨ ਦੇ ਲਈ ਤਿਆਰ ਆ। ਕੋਈ ਹੋਰ ਬਣਨ ਦੇ ਲਈ ਤਿਆਰ ਵੀ ਨਹੀਂ ਗਾ। ਇੱਥੋਂ ਵੀ ਗੱਲ ਚੱਲੀ ਆ। ਹਾਲਾਂਕਿ ਪਹਿਲਾਂ ਜਿਵੇਂ ਪਿਛਲੇ ਸਾਲ ਜਿਵੇਂ ਗੱਲਾਂ ਚੱਲੀਆਂ ਵੀ ਭੂੰਦੜ ਹੋ ਸਕਦੇ ਨੇ ਅਕਾਲੀ ਦਲ ਦੇ ਪ੍ਰਧਾਨ, ਪਰ ਕੋਈ ਰਾਜੀ ਵੀ ਨਹੀਂ ਹੋ ਰਿਹਾ ਗਾ। ਹੁਣ ਕੌਣ ਰਾਜੀ ਹੁੰਦਾ ਦੇਖਦੇ ਹਾਂ। ਜਿਵੇਂ ਤੁਸੀਂ ਕਿਹਾ ਕਿ ਗੱਲ ਚੱਲੀ ਹੈ, ਚਾਹੇ ਉਹ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਲੈ ਕੇ ਹੋਵੇ, ਚਾਹੇ ਉਹ ਅਮਰਿੰਦਰ ਸਿੰਘ ਰਾਜਾ ਵੜਿੰਗ ਹੋਰਾਂ ਨੂੰ ਲੈ ਕੇ। ਪਰ ਇਹ ਜਿਹੜਾ ਖੇਤਰੀ ਪਾਰਟੀ ਨੂੰ ਲੈ ਕੇ ਇਹ ਸੋਚਣਾ ਤਾਂ ਬਹੁਤ ਜ਼ਿਆਦਾ ਇਹਨਾਂ ਨੂੰ ਪਊਗਾ। ਹਾਲਾਂਕਿ ਕਾਂਗਰਸ ਨੂੰ ਵੀ ਸੋਚਣਾ ਪਊਗਾ ਵੀ ਜਿਹੜੀ ਆਪਸੀ ਉਹਨਾਂ ਦੀ ਗੁੱਟਬਾਜੀ, ਹਾਲਾਂਕਿ ਕਿਹਾ ਜਾ ਰਿਹਾ ਸੀ ਵੀ ਸਾਰਿਆਂ ਨੇ ਉਹਨਾਂ ਨੇ ਇਲੈਕਸ਼ਨ ਕੰਪੇਨ ਕੀਤਾ ਗਾ, ਨਵਜੋਤ ਸਿੰਘ ਸਿੱਧੂ ਨੇ ਆਪਣਾ ਅੱਡ ਕੀਤਾ, ਚਰਨਜੀਤ ਸਿੰਘ ਚੰਨੀ ਨੇ ਇੱਕ ਉਹਨਾਂ ਦਾ ਜਿਹੜਾ ਚੰਡੀਗੜ੍ਹ ਤੋਂ ਤਿਆਰ ਹੋ ਕੇ ਆਉਂਦਾ ਸੀਗਾ ਵੀ ਆਹ ਦਿਨ ਤੁਸੀਂ ਜਾਣਾ, ਇੱਥੇ ਜਾਣਾ ਹੈ, ਪਰ ਉਹ ਕਿਤੇ ਗੱਲਾਂ ਉਵੇਂ ਉਹਨਾਂ ਦੀਆਂ ਨੇਪਰੇ ਨਹੀਂ ਚੜ੍ਹੀਆਂ, ਜਾਂ ਆਪਾਂ ਕਹਿ ਦਈਏ ਵੀ ਉਹਨਾਂ ਲਈ ਉਹ ਜਿਹੀਆਂ ਸਫਲ ਪੌੜੀਆਂ ਨਹੀਂ ਬਣੀਆਂ। ਪਰ ਦੂਜੇ ਪਾਸੇ ਮੈਂ ਚਾਹੂੰਗਾ ਵੀ ਆਪਾਂ ਥੋੜ੍ਹੀ ਜਿਹੀ 1-2 ਮਿੰਟ ਆਪਾਂ ਪੌਡਕਾਸਟ ਦੇ ਅਖੀਰਲੇ ਮਿੰਟ ਕਰਨਾਟਕਾ 'ਤੇ ਆਪਾਂ ਜ਼ਰੂਰ ਲਾ ਲਈਏ, ਜਿੱਥੇ ਮਤਲਬ ਕਾਂਗਰਸ ਨੇ ਜਿਹੜਾ ਵਨ ਸਾਈਡਡ ਕਰਤਾ ਹੈਗਾ। ਕਰਨਾਟਕਾ 'ਤੇ ਵੀ ਗੱਲ ਕਰਦੇ ਹਾਂ। ਪਹਿਲਾਂ ਜਿਵੇਂ ਤੁਸੀਂ ਅਮਰਿੰਦਰ ਸਿੰਘ ਰਾਜਾ ਵੜਿੰਗ ਹੋਰਾਂ ਦੀ ਗੱਲ ਕੀਤੀ ਹੈ ਨਾ ਜੀ, ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਬਹੁਤ ਮੁਸ਼ੱਕਤ ਮਿਹਨਤ ਕਰਕੇ PCC ਪ੍ਰੈਜ਼ੀਡੈਂਟ ਦੀ ਕੁਰਸੀ ਤੱਕ ਪਹੁੰਚੇ ਜੀ, ਪਰ ਉਹ ਉਹਨਾਂ ਨੂੰ ਉਸ ਤਰੀਕੇ ਨਾਲ ਜਿਹੜੇ ਕਾਂਗਰਸੀ ਆ ਉਹ ਰਿਐਕਟ ਨਹੀਂ ਕਰਦੇ। ਉਹਨਾਂ ਪਤਾ ਨਹੀਂ ਪਿਆਰ ਨਹੀਂ ਕਰਦੇ, ਜਾਂ ਕਹਿ ਲਈਏ ਵੀ ਉਸ ਤਰੀਕੇ ਨਾਲ ਉਹਨਾਂ ਨੂੰ ਮਤਲਬ ਉਨੀ ਮਾਈਲੇਜ ਦਿੰਦੇ ਨਹੀਂ ਗੇ, ਖਾਸ ਕਰ ਜਿਹੜੇ ਪੁਰਾਣੇ ਵੱਡੇ ਟਕਸਾਲੀ ਜਿਹੜੇ ਕਾਂਗਰਸੀ ਨੇ ਜੀ, ਹੈ ਨਾ। ਉਹ ਤਾਂ ਹੁੰਦੇ ਆ, ਚਲੋ ਉਹ ਤਾਂ ਪਾਰਟੀਆਂ ਦੇ ਇੰਟਰਨਲ ਪੁਰਾਣੇ ਜਿਹੜੇ ਕਾਂਗਰਸੀ ਨੇ, ਜਾਂ ਜਿਹੜੇ ਉਮਰ 'ਚ ਵੱਡੇ ਨੇ, ਜਾਂ ਜਿਹੜੇ ਅਹੁਦਿਆਂ 'ਚ ਵੱਡੇ ਨੇ। ਅਤੇ ਜੇ ਆਪਾਂ ਜਲੰਧਰ ਦੀ ਵੀ ਗੱਲ ਕਰੀਏ, ਜਲੰਧਰ ਦੇ ਵਿੱਚ ਵੀ ਇੱਕ ਖਾਸ ਲੀਡਰ ਦੇ ਵੱਲੋਂ ਆਪਾਂ ਕਹਿ ਲਈਏ, ਬੇਸ਼ੱਕ ਵਿਚਰਦੇ ਰਹੇ ਆ, ਉਹ ਨਾਲ ਵਿਚਰਦੇ ਰਹੇ ਆ ਅਮਰਿੰਦਰ ਸਿੰਘ ਰਾਜਾ ਵੜਿੰਗ ਹੋਰਾਂ ਦੇ ਨਾਲ ਪ੍ਰੈਸ ਕਾਨਫਰੰਸਾਂ ਦੇ ਵਿੱਚ, ਜਲੰਧਰ ਦੇ ਲੀਡਰ, ਹੈ ਨਾ। ਤਾਂ ਪਰ ਕਿਤੇ ਨਾ ਕਿਤੇ ਉਹ ਨਾ ਖੁਸ਼ ਨਜ਼ਰ ਆ ਰਹੇ ਸੀ ਆਪਣੇ ਸਾਹਮਣੇ ਅਮਰਿੰਦਰ ਸਿੰਘ ਰਾਜਾ ਵੜਿੰਗ। ਕੁਛ ਚੀਜ਼ਾਂ ਚਲੋ ਪਾਰਟੀਆਂ ਦੇ ਜਿਹੜੇ ਇੰਟਰਨਲ ਮੈਟਰ ਆ ਉਹ ਹਮੇਸ਼ਾ ਚੱਲਦੇ ਆ, ਪਰ ਉਹ ਫਿਰ ਇੱਥੇ ਪਤਾ ਲੱਗਦਾ ਗਾ ਵੀ ਜਦੋਂ ਰਿਜ਼ਲਟ ਉਹੋ ਜਿਹਾ ਨਹੀਂ ਆਉਂਦਾ, ਤੁਹਾਡੇ ਅਨੁਕੂਲ ਨਹੀਂ ਆਉਂਦਾ, ਜਾਂ ਜਿਹੜਾ ਤੁਸੀਂ ਕਾਂਗਰਸ ਦੀ ਤਾਂ ਐਕਸਪੈਕਟੇਸ਼ਨ 50,000 ਤੋਂ ਲੈ ਕੇ 70 ਫਿਰ ਲੱਖ ਤੱਕ ਦੀ ਸੀ, ਪਰ ਉਹੋ ਜਿਹਾ ਨਹੀਂ ਬੈਠਾ। ਪਰ ਜਿਹੜੇ ਸਰਵੇ ਆ ਰਹੇ ਸੀ ਰਤਨ, ਤੁਹਾਨੂੰ ਵੀ ਪਤਾ ਸਰਵੇ ਕੀ ਆ ਰਹੇ ਸੀ, ਸਰਵੇ ਕਾਂਗਰਸ ਨੂੰ ਜਿਤਾ ਰਹੇ ਸੀਗੇ, ਚਾਹੇ ਉਹ ਖੁਦ ਜੇ ਆਪਾਂ ਕਹਿ ਲਈਏ ਇੰਟੈਲੀਜੈਂਸੀ ਦੇ ਸਰਵੇ ਹੋਣ, ਜਾਂ ਉਹ ਆਪਾਂ ਕਹਿ ਲਈਏ ਆਮ ਆਦਮੀ ਪਾਰਟੀ ਨੇ ਜਿਹੜੇ ਸਰਵੇ ਕਰਾਏ ਅੰਦਰ, ਉਹਨਾਂ ਨੂੰ ਵੀ ਲੱਗ ਰਿਹਾ ਸੀਗਾ ਕਿ ਯਾਰ ਅਸੀਂ ਦੂਜੇ ਨੰਬਰ 'ਤੇ ਆ ਰਹੇ ਹਾਂ, ਰਿੰਕੂ ਨੂੰ ਲਿਆ ਕੇ ਸਾਡੀ ਪੋਜੀਸ਼ਨ ਥੋੜ੍ਹੀ ਜਿਹੀ ਠੀਕ ਹੋਈ ਆ, ਅਸੀਂ ਦੂਜੇ ਨੰਬਰ 'ਤੇ ਆ ਰਹੇ ਹਾਂ। ਪਰ ਇੱਕਦਮ ਸਮੀਕਰਨ ਕਿਵੇਂ ਬਦਲੇ, ਜਾਂ ਜਿਹੜੀ ਕੱਲ੍ਹ ਰਿਪੋਰਟ ਆਈ ਜਿਵੇਂ ਹੁਣ ਚਰਚਾ ਚੱਲ ਗਈ ਜੀ ਵੀ ਆ ਚੱਲੀ ਜਾਂਦੀ ਆ ਬਹੁਤ ਸਾਰੇ ਚੈਨਲਾਂ 'ਤੇ ਵੀ ਇਹ ਚਰਨਜੀਤ ਸਿੰਘ ਚੰਨੀ ਉਮੀਦਵਾਰ ਹੁੰਦੇ ਤਾਂ ਨਤੀਜਾ ਕੁਛ ਹੋਰ ਆਉਣਾ ਸੀ। ਮੈਂ ਚਾਹੂੰਗਾ ਵੀ ਆਪਾਂ ਪੌਡਕਾਸਟ ਦਾ ਅਖੀਰਲਾ ਜਿਹੜਾ 1-2 ਮਿੰਟ ਉਹ ਕਰਨਾਟਕਾ ਨੂੰ ਜ਼ਰੂਰ ਦੇ ਦਈਏ, ਕਿਉਂਕਿ ਕਰਨਾਟਕਾ ਦੀ ਜੇ ਆਪਾਂ ਉਹ ਇਲੈਕਸ਼ਨਾਂ ਦੀ ਗੱਲ ਕਰਦੇ ਹਾਂ, ਉੱਥੇ ਜਿਹੜੀਆਂ ਵਿਧਾਨ ਸਭਾ ਸੀਟਾਂ ਬਹੁਤ ਜ਼ਿਆਦਾ ਆਈਆਂ, ਅਤੇ ਜੇ ਵਿਧਾਨ ਸਭਾ ਸੀਟਾਂ ਆਈਆਂ ਤਾਂ MP ਸੀਟਾਂ ਵੀ ਓਬਵੀਅਸ ਆ ਵੀ ਉੱਥੋਂ ਜ਼ਿਆਦਾ ਨਿਕਲੀਆਂ। ਉਹ ਵੱਡਾ ਸੂਬਾ ਗਾ ਇੱਕ, ਅਤੇ ਸਾਊਥ ਦੇ ਵਿੱਚ ਕਰਨਾਟਕਾ ਦੀ ਜਿਹੜੀ ਰਾਜਨੀਤੀ ਆ ਉਹ ਨਾਲ ਵਾਲੇ ਸੂਬਿਆਂ ਨੂੰ ਪ੍ਰਭਾਵਿਤ ਕਰਦੀ ਆ, ਕਿਉਂਕਿ ਉੱਥੇ ਖੇਤਰੀ ਪਾਰਟੀਆਂ ਨੂੰ ਲੈ ਕੇ ਜਾਂ ਹੋਰ ਪਾਰਟੀਆਂ ਨੂੰ ਲੈ ਕੇ ਦਬਦਬਾ ਗਾ। ਤਾਂ ਉੱਥੇ ਜਿਹੜਾ ਕਾਂਗਰਸ ਨੇ ਇੱਕ ਹਿਸਾਬ ਦਾ BJP ਨੂੰ ਪਾਸੇ ਕਰ ਦਿੱਤਾ ਗਾ। ਕਾਂਗਰਸ ਦੀ ਉੱਥੇ ਸਰਕਾਰ ਬਣ ਜਾ ਰਹੀ ਹੈ 136 ਸੀਟਾਂ 'ਤੇ। ਉਹ ਆਪਾਂ ਕਹਿ ਦਈਏ ਵੀ ਰਿਜ਼ਲਟ ਤਾਂ ਹਜੇ ਉਵੇਂ ਆਇਆ ਨਹੀਂ, ਪਰ 96 ਸੀਟਾਂ ਜਿਹੜੀਆਂ ਹੁਣ ਤੱਕ ਜਿਹੜਾ ਕਾਂਗਰਸ ਪਾਰਟੀ ਉਹ ਉੱਥੇ ਜਿੱਤ ਚੁੱਕੀ ਹੈ ਜੀ। 45 ਸੀਟਾਂ ਜਿਹੜੀਆਂ ਗਈਆਂ ਉਹ BJP ਨੇ ਜਿੱਤੀਆਂ ਗਈਆਂ, ਪਰ ਬਹੁਮਤ ਤੋਂ ਪਾਰ
ਜਾ ਚੁੱਕੀ ਆ, ਆਪਾਂ ਕਹਿ ਦਈਏ ਵੀ ਜਿਹੜੀ ਕਾਂਗਰਸ ਆ ਬਹੁਮਤ ਤੋਂ ਪਾਰ ਜਾ ਚੁੱਕੀ ਆ, ਕਿਉਂਕਿ ਕਾਫੀ ਸੀਟਾਂ ਤੇ ਉਹ ਅੱਗੇ ਚੱਲ ਰਹੇ ਆ ਤੇ ਵੱਡੇ ਮਾਰਜਨ ਦੇ ਨਾਲ ਟੋਟਲ ਜਿਹੜੀਆਂ ਉੱਥੇ ਹਨਾ 224 ਸੀਟਾਂ ਹੈਗੀਆਂ ਨੇ, ਤੇ ਜੇ ਆਪਾਂ ਗੱਲ ਕਰੀਏ ਤਾਂ 96 ਸੀਟਾਂ ਤੇ ਕਾਂਗਰਸ ਉੱਥੇ ਅੱਗੇ ਜਾ ਰਹੀ ਹੈ ਜੀ। ਕਾਂਗਰਸ ਜਿਵੇਂ ਭਾਰਤ ਜੋੜੋ ਜਿਹੜੀ ਯਾਤਰਾ ਸੀ ਰਾਹੁਲ ਗਾਂਧੀ ਦੀ, ਉਹਦੇ ਕਰਕੇ ਵੀ ਕਾਂਗਰਸ ਕਿਤੇ ਨਾ ਕਿਤੇ ਅਪ ਹੋਈ ਆ, ਖਾਸ ਕਰ ਸਾਊਥ ਦੇ ਵਿੱਚ ਰਾਹੁਲ ਨੂੰ ਮਾਈਲੇਜ ਬਹੁਤ ਮਿਲੀ ਹੈ ਜੀ ਸਾਊਥ ਦੇ ਵਿੱਚ। ਤੇ ਦੂਜੇ ਪਾਸੇ ਜਦੋਂ ਉਹ ਲੰਡਨ ਜਾਂਦੇ ਨੇ, ਜਿਹੜਾ ਵੈਸਟ ਦਾ ਮੀਡੀਆ ਸਾਰਾ ਵੈਸਟ ਦੀਆਂ ਕੰਟਰੀਜ਼ ਰਾਹੁਲ ਦੇ ਪਿੱਛੇ ਖੜਦੀਆਂ, ਉਹ ਨਜ਼ਰ ਆਈਆਂ ਗਈਆਂ। ਸੋ ਸਾਊਥ ਦੇ ਲੋਕਾਂ ਨੇ ਕਿਤੇ ਨਾ ਕਿਤੇ 112 ਸੀਟਾਂ ਹੀ ਚਾਹੀਦੀਆਂ ਬਹੁਮਤ ਲਈ, 96 ਸੀਟਾਂ ਕਾਂਗਰਸ ਜਿੱਤ ਚੁੱਕੀ ਆ ਤੇ ਕਾਫੀ 96 ਜਿੱਤ ਚੁੱਕੀ ਆ ਤੇ 40 ਦੇ ਉੱਤੇ ਲੀਡ ਜਿਹੜੀ ਆ ਉਹ ਬਰਕਰਾਰ ਲੀਡ ਆ ਤੇ 40 ਦੇ ਵਿੱਚੋਂ ਆਪਾਂ ਕਹੀਏ ਪਿੱਛੇ ਕੁਝ ਵੀ ਨਹੀਂ ਰਹਿ ਜਾਂਦਾ। ਹਾਂ, ਤੇ ਜੇ ਆਪਾਂ ਬੀਜੇਪੀ ਦੀ ਗੱਲ ਕਰੀਏ, ਬੀਜੇਪੀ ਹੁਣ ਤੱਕ 45 ਸੀਟਾਂ ਜਿੱਤ ਚੁੱਕੀ ਆ ਤੇ 19 ਦੇ ਉੱਤੇ ਜਿਹੜੀ ਲੀਡ ਆ ਉਹ ਬਰਕਰਾਰ ਹੈ। ਟੋਟਲ 136 ਸੀਟਾਂ ਦੇ ਉੱਤੇ ਜਿਹੜੀ ਕਾਂਗਰਸ ਆ, ਇਹ ਪਹਿਲਾਂ ਵੀ ਇੱਕ ਅੰਦਾਜ਼ਾ ਲਾਇਆ ਜਾ ਰਿਹਾ ਸੀ ਵੀ 125 ਸੀਟ ਦੇ ਉੱਤੇ ਜਿਹੜੀ ਕਾਂਗਰਸ ਦੀ ਸਰਕਾਰ ਬਣ ਜਾਣੀ ਹੈ, ਵੀ 125 ਸੀਟ ਤੋਂ ਉੱਪਰ ਜਿਹੜੇ ਉਹ ਸੀਟਾਂ ਲੈ ਜਾਣਗੇ। ਸੋ ਉੱਥੇ ਵੀ ਕਿਤੇ ਨਾ ਕਿਤੇ, ਕਿਉਂਕਿ ਇਹ 24 ਨੂੰ ਲੈ ਕੇ ਵੀ ਦੇਖਿਆ ਜਾ ਰਿਹਾ ਹੈ ਨਾ, ਚਾਹੇ ਉਹ ਸੂਬਾ ਤਾਂ ਵੱਡਾ ਹੈਗਾ ਹੀ ਆ, ਪਰ ਉਹ ਆਪਾਂ ਜਿਵੇਂ ਕਹਿ ਦਈਏ ਵੀ ਉੱਥੇ ਉਹ ਸਾਊਥ ਦੇ ਵਿੱਚ ਉਹ ਕਰਨਾਟਕਾ ਦੀ ਜਿਹੜੀ ਰਾਜਨੀਤੀ ਆ ਉਹ ਆਪਣੇ ਆਪ ਦੇ ਵਿੱਚ ਇੱਕ ਇੱਦਾਂ ਕੰਮ ਕਰਦੀ ਹੈ ਜਿਵੇਂ ਇਨਸਾਨ ਦੇ ਵਿੱਚ ਦਿਲ ਦਾ ਕੰਮ ਹੁੰਦਾ ਗਾ। ਤਾਂ ਉਹ ਕੇਰਲਾ ਦੀ ਗੱਲ ਕਰ ਲਈਏ, ਤਮਿਲਨਾਡੂ ਦੀ ਕਰ ਲਈਏ, ਜਾਂ ਹੋਰ ਜਿਹੜੇ ਮਹਾਰਾਸ਼ਟਰ ਤੱਕ ਵੀ ਉਹ ਚੀਜ਼ਾਂ ਗਈਆਂ ਜਿਹੜੀਆਂ ਪ੍ਰਭਾਵਿਤ ਤਾਂ ਕਰਦੀਆਂ ਗਈਆਂ। ਖਾਸ ਕਰਕੇ ਕਾਂਗਰਸ ਦੀ ਆਪਾਂ ਜੇ ਗੱਲ ਕਰਦੇ ਹਾਂ, ਕਾਂਗਰਸ ਦਾ ਉੱਥੇ ਜ਼ੋਰ ਬਹੁਤ ਲੱਗਿਆ ਵਾ ਸੀ। ਜਿੰਨੇ ਨੈਸ਼ਨਲ ਲੀਡਰ ਸੀ ਵੱਡੇ ਵੱਡੇ ਇਹਨਾਂ ਦੇ ਵੱਖੋ ਵੱਖ ਸੂਬਿਆਂ ਤੋਂ ਜਾਂ ਦਿੱਲੀ ਦੇ ਵੱਡੇ ਲੀਡਰ ਸੀ, ਉਹਨਾਂ ਦਾ ਕਰਨਾਟਕਾ ਦੇ ਵਿੱਚ ਬਹੁਤ ਸਾਰਾ ਜ਼ੋਰ, ਆਪਾਂ ਖੁਦ ਪ੍ਰਿਅੰਕਾ ਗਾਂਧੀ ਦੀ ਗੱਲ ਕਰ ਲਈਏ, ਰਾਹੁਲ ਗਾਂਧੀ ਦੀ ਗੱਲ ਕਰ ਲਈਏ, ਉਹਨਾਂ ਦਾ ਜ਼ੋਰ ਲੱਗਿਆ ਵਾ ਸੀਗਾ। ਤਾਂ ਆਉਣ ਵਾਲੇ ਸਮੇਂ ਦੇ ਵਿੱਚ 24 ਦੇ ਵਿੱਚ ਬੀਜੇਪੀ ਨੂੰ ਕਾਫੀ ਟੱਕਰ ਆ ਜਿਹੜੀ ਉਹ ਸਾਊਥ ਦੀਆਂ ਜਿਹੜੀਆਂ ਸਟੇਟਾਂ ਆਈਆਂ ਉੱਥੋਂ ਮਿਲ ਸਕਦੀ ਆ। ਹਾਲਾਂਕਿ ਬਿਹਾਰ, ਯੂਪੀ ਕਿਵੇਂ ਰਿਐਕਟ ਕਰਦਾ ਇਹ ਆਉਣ ਵਾਲਾ ਸਮਾਂ ਦੱਸੂਗਾ। ਇਹਦੇ 'ਤੇ ਆਪਾਂ ਕਹਿ ਦਈਏ ਵੀ ਸਮੇਂ ਤੋਂ ਪਹਿਲਾਂ ਜੇ ਆਪਾਂ ਕੁਛ ਬੋਲਦੇ ਹਾਂ ਉਹ ਵੀ ਗਲਤ ਹੋਊਗਾ। ਇੱਕ ਨਾ ਹੋਰ ਜਿਹੜੀ ਗੱਲ ਆ ਰਹੀ ਹੈ, ਸਨੌਰ ਤੋਂ ਨਾ ਆਪ ਆਗੂ ਜਰਨੈਲ ਸਿੰਘ ਨੇ ਜੀ, ਸਨੌਰ ਤੋਂ ਆਪ ਆਗੂ ਜਰਨੈਲ ਸਿੰਘ ਨੇ ਉਹ ਸਿੱਧੂ ਮੂਸੇਵਾਲਾ ਦੇ ਫਾਦਰ ਨੂੰ ਲੈ ਕੇ ਟਿੱਪਣੀ ਕੀਤੀ ਉਹਨਾਂ ਨੇ ਕੋਈ, ਅੱਜ ਹੁਣ ਉਹ ਵੀਡੀਓ ਆ ਰਹੀ ਹੈ ਮੈਨੂੰ, ਹੁਣੇ ਕਿਸੇ ਨੇ ਭੇਜੀ ਹੈ ਜੀ। ਤੇ ਮਤਲਬ ਹਲੇ ਆਪਾਂ ਸੁਣੀ ਨਹੀਂ, ਆਪਾਂ ਜੇ ਮੈਂ ਸੁਣੀ ਨਹੀਂ ਹਲੇ, ਪਰ ਉਹ ਜਿਹੜਾ ਉੱਤੇ ਟਾਈਟਲ ਲਿਖਿਆ ਹੁੰਦਾ ਨਾ ਉਹ ਜੀ, ਵੀ ਮਤਲਬ ਆਪ ਦੀ ਵੱਡੀ ਜਿੱਤ ਤੋਂ ਬਾਅਦ ਮੂਸੇ ਵਾਲੇ ਦੇ ਮਾਪਿਆਂ ਨੂੰ ਜਰਨੈਲ ਸਿੰਘ ਦੀ ਨਸੀਹਤ, ਉਹ ਕੁਛ ਇਹ ਵੀ ਹੋ ਸਕਦਾ ਫੇਕ ਹੋਵੇ ਜਾਂ ਕਿੱਦਾਂ ਵੀ। ਚਲੋ ਉਹ ਆਪਾਂ, ਮੈਨੂੰ ਇਹ ਲੱਗਦਾ ਵੀ ਆਪਾਂ ਅਗਲੇ ਪੋਡਕਾਸਟ 'ਚ ਜੇ ਉਹਦੇ 'ਤੇ ਆਪਾਂ ਗੱਲਬਾਤ ਕਰ ਲਾਂਗੇ। ਪਰ ਮੈਨੂੰ ਐਂ ਲੱਗਦਾ ਵੀ ਹਾਂ ਠੀਕ ਹੈ, ਜਿਵੇਂ ਤੁਸੀਂ ਕਿਹਾ ਕਿ ਜਿੱਤ ਹੈ, ਜਿੱਤ ਠੀਕ ਹੈ, ਜਿੱਤ ਦਾ ਜਸ਼ਨ ਮਨਾਉਣਾ ਚਾਹੀਦਾ ਜੀ, ਪਰ ਇੱਦਾਂ ਵੀ ਨਹੀਂ ਹੈ ਨਾ, ਜਿਸ ਤਰੀਕੇ ਦੀ ਇਹ ਇੱਦਾਂ ਦਾ ਕੁਛ ਕੀਤਾ ਜਾ ਰਿਹਾ, ਇਹੋ ਜਿਹੀਆਂ ਗੱਲਾਂ ਮੈਨੂੰ ਲੱਗਦਾ ਨਹੀਂ ਕਰਨੀਆਂ ਚਾਹੀਦੀਆਂ। ਇਹਨਾਂ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ। ਹਾਂ, ਉਹ ਤਾਂ ਜਿਵੇਂ ਉਹ ਕਿਹਾ ਨਾ ਵੀ ਮਤਲਬ ਸੱਤਾ ਦੇ ਨਸ਼ੇ 'ਚ ਇੰਨੇ ਵੀ ਹਕਾਰ ਨਹੀਂ ਜਾਈਦਾ ਹੁੰਦਾ। ਜਿਵੇਂ ਆਹ ਵੀਡੀਓ ਆਈ ਆ ਮੈਨੂੰ ਹੁਣੇ ਕਿਸੇ ਨੇ ਭੇਜੀ, ਅਜੇ ਮੈਂ ਸੁਣੀ ਨਹੀਂ ਗੀ, ਪਰ ਜਿਹੜਾ ਮੈਂ ਟਾਈਟਲ ਵੇਖ ਕੇ ਗੱਲ ਕਰ ਰਿਹਾ ਵੀ ਇੰਨਾ ਵੀ ਮਤਲਬ ਹਕਾਰ ਚੰਗਾ ਨਹੀਂ ਹੁੰਦਾ ਗਾ ਜੀ। ਤੇ ਜਿਹੜੇ 25 ਸਾਲ ਦੇ ਸੁਪਨਿਆਂ ਵਾਲੇ ਸੀਗੇ, ਜਿਹੜੇ ਕਹਿੰਦੇ ਸੀ ਅਸੀਂ 25 ਸਾਲ ਪੰਜਾਬ 'ਚ ਰਾਜ ਕਰਨਾ, ਹਕਾਰ ਸੀ ਜਿਨ੍ਹਾਂ ਨੂੰ, ਉਹ ਵੀ ਅੱਜ ਕਿੱਥੇ ਨੇ, ਹੈ ਨਾ। ਸੋ ਇਹ ਖਾਸ ਕਰਕੇ ਇਹ ਹੈ ਨਾ, ਆਪਾਂ ਇੱਕ ਗੱਲ ਤਾਂ ਸਮਝਣੀ ਪਊਗੀ। ਆਪਾਂ ਬਸ ਲਾਸਟ ਗੱਲ ਨਾਲ ਹੀ ਖਤਮ ਕਰਦੇ ਹਾਂ ਵੀ ਆਮ ਆਦਮੀ ਪਾਰਟੀ ਬਹੁਤ ਨਵੀਂ ਆ ਹਜੇ ਪੰਜਾਬ ਦੇ ਵਿੱਚ ਵੀ, ਖਾਸ ਕਰਕੇ ਲੀਡਰ ਵੀ ਨਵੇਂ ਨੇ, MLA ਵੀ ਨਵੇਂ ਨੇ, ਸਭ ਕੁਛ ਨਵਾਂ ਗਾ। ਤੇ ਪਾਰਟੀ ਦੇ ਜਿਹੜੇ ਇੰਟਰਨਲ ਮੈਟਰਸ ਨੇ ਉਹ ਵੀ ਨਵੇਂ ਨੇ। ਉਹ ਕਿੰਨੇ ਕੁ ਜਾਂਦੇ ਨੇ, ਕਿੰਨੇ ਕੁ ਕਿਸੇ ਦੇ ਲੀਡਰ ਦੇ ਦਿਲ ਦੇ ਵਿੱਚ ਘਰ ਕਰਦੇ ਨੇ ਜਾਂ ਕਿਵੇਂ ਆ, ਉੱਥੇ ਵੀ ਗੱਲਾਂ ਦੇਖਣ ਵਾਲੀਆਂ ਹੋਣਗੀਆਂ, ਕਿਉਂਕਿ ਉਹ ਪਾਰਟੀਆਂ ਪੁਰਾਣੀਆਂ ਗਈਆਂ ਤਾਂ ਉੱਥੇ ਪਹਿਲਾਂ ਤੋਂ ਹੀ ਜ਼ਿਆਦਾ ਫੁੱਟ ਪਈ ਵੀ ਆ, ਕਿਸੇ ਦਾ ਮੂੰਹ ਕਿੱਧਰ ਨੂੰ, ਕਿਸੇ ਦਾ ਕਿੱਧਰ ਨੂੰ। ਤਾਂ ਇੱਥੇ ਵੀ ਆਮ ਆਦਮੀ ਪਾਰਟੀ ਦੇ ਵਿੱਚ ਜਿਵੇਂ ਆਪਣੇ ਕੋਲੇ ਗੱਲਾਂ ਆਉਂਦੀਆਂ, ਆਪਾਂ ਇੱਥੇ ਹਾਲਾਂਕਿ ਕੋਈ ਗੱਲ ਨਹੀਂ ਕਰਾਂਗੇ, ਪਰ ਉਹ ਚੀਜ਼ਾਂ ਤਾਂ ਚੱਲ ਪਈਆਂ ਨਾ। ਤਾਂ ਉਹ ਜੋ ਚੱਲਦੀਆਂ, ਜਿਵੇਂ ਪਾਰਟੀ ਆਪਾਂ ਕਹਿ ਦਈਏ ਪੁਰਾਣੀ ਹੁੰਦੀ ਆ, ਐਕਸਪੀਰੀਅੰਸ ਹੁੰਦਾ ਗਾ ਸਾਲ ਬਾਏ ਸਾਲ, ਹੈ ਨਾ, ਜਾਂ ਆਪਾਂ ਕਹਿ ਦਈਏ ਵੀ ਜਿਵੇਂ ਆ ਪਹਿਲੀ ਟਰਮ ਆ ਉਹਨਾਂ ਦੀ, ਜੇ ਆਉਣ ਵਾਲੇ ਸਮੇਂ 'ਚ ਉਹਨਾਂ ਨੂੰ ਮੌਕਾ ਮਿਲਦਾ ਤਾਂ ਫਿਰ ਉਹ ਚੀਜ਼ਾਂ ਕਿਵੇਂ ਰਹਿਣਗੀਆਂ, ਜਾਂ ਭਗਵੰਤ ਸਿੰਘ ਮਾਨ ਕਿੰਨਾ ਅੱਗੇ ਲੈ ਕੇ ਜਾ ਸਕਦੇ ਆ ਪਾਰਟੀ ਨੂੰ, ਜਾਂ ਹੋਰ ਲੀਡਰ ਦੂਜੇ ਨੰਬਰ ਦਾ ਚਿਹਰਾ, ਤੀਜੇ ਨੰਬਰ ਦਾ ਚਿਹਰਾ, ਕਿਉਂਕਿ ਇਹ ਗੱਲਾਂ ਮੈਟਰ ਕਰਦੀਆਂ ਗਈਆਂ ਕਿਤੇ ਨਾ ਕਿਤੇ ਤਾਂ ਹੁੰਦਾ ਹੀ ਆ। ਕਿਉਂਕਿ ਜੇ ਤੁਸੀਂ MP ਦੇ ਵਿੱਚ ਹੁਣ 24 ਦੇ ਵਿੱਚ ਵੀ ਉਹਨਾਂ ਨੂੰ ਇਹ ਚੀਜ਼ ਤਾਂ ਹੈਗੀ ਹੈ ਨਾ ਵੀ ਪੰਜਾਬ ਦੇ ਵਿੱਚ ਸਾਡੀ ਪੂਰਨ ਬਹੁਮਤ ਦੇ ਨਾਲ ਸਰਕਾਰ ਆ, ਤਾਂ ਅਸੀਂ ਇੱਥੋਂ 13 ਦੇ ਵਿੱਚੋਂ 13 ਆਪਦੇ MP ਉੱਥੇ ਭੇਜੀਏ। ਸਰਕਾਰ ਕੋਸ਼ਿਸ਼ ਤਾਂ ਹੁੰਦੀ ਆ, ਪਰ ਉਹ ਕਿੰਨੇ MP ਜਾਂਦੇ ਨੇ, ਫਿਰ ਉੱਥੋਂ ਕਿਹੜੇ ਚਿਹਰੇ ਬਣਦੇ ਨੇ, ਇਹ ਗੱਲਾਂ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਕਹਿ ਦਈਏ ਵੀ ਭਵਿੱਖ ਦੇ ਗਰਭ ਦੇ ਵਿੱਚ ਪੰਨਾਂਗੀਆਂ। ਸੋ ਇਹ ਅੱਜ ਦਾ ਆਪਣਾ, ਮੈਨੂੰ ਲੱਗਦਾ ਵੀ ਆਪਾਂ ਨੂੰ ਸਮਾਪਤੀ ਵੱਲ ਵਧਣਾ ਚਾਹੀਦਾ। ਇਹ ਪੌਡਕਾਸਟ ਸੀਗਾ ਵੀ ਅੱਜ ਜੋ ਚੋਣ ਹੋਈ ਆ ਉਹਦੇ ਉੱਤੇ ਹਾਲਾਂਕਿ ਆਮ ਆਦਮੀ ਪਾਰਟੀ ਜਿੱਤੀ ਆ, ਪਰ ਜਿਹੜੇ ਮੁੱਦੇ ਨੇ ਜਾਂ ਜਿਹੜੇ ਆਪਾਂ ਕਹਿ ਦਈਏ ਵੀ ਉਹਨਾਂ ਦੇ ਚਿੱਟੇ ਕੁੜਤੇ ਉੱਤੇ ਦਾਗ ਲੱਗੇ ਨੇ, ਉਹ ਦਾਗ ਉਹੀ ਦਾਗ ਨੇ ਜਿਹੜੇ ਦੂਜੀ ਸੱਤਾਧਰ ਪਾਰਟੀਆਂ ਦੇ ਉੱਤੇ ਹਮੇਸ਼ਾ ਪਾਵਰ ਦੇ, ਆਪਾਂ ਕਹਿ ਦਈਏ ਨਸ਼ੇ ਨੂੰ ਲੈ ਕੇ ਜਾਂ ਪਾਵਰ ਦੀਆਂ ਚੀਜ਼ਾਂ ਨੂੰ ਲੈ ਕੇ ਲੱਗਦੇ ਆਉਂਦੇ ਨੇ ਵੀ ਜਿਮਨੀ ਚੋਣਾਂ ਦੇ ਵਿੱਚ ਕਿਵੇਂ ਪਲੇ ਕਰਦੀਆਂ ਗਈਆਂ ਜਿਹੜੀਆਂ
ਪਾਰਟੀਆਂ ਹੁੰਦੀਆਂ ਜਾਂ ਸੱਤਾ ਧਿਰ ਆਪਾਂ ਸਰਕਾਰਾਂ ਹੁੰਦੀਆਂ ਉਹ ਕਿਵੇਂ ਪਲੇ ਕਰਦੀਆਂ ਜਾਂ ਕਿਵੇਂ ਕੰਮ ਲਏ ਜਾਂਦੇ ਆ, ਉਹ ਕੁਛ ਨਾ ਕੁਛ ਨਿਸ਼ਾਨੇ ਹੋਏ ਆ। ਉਹ ਸੱਚੇ ਆ ਝੂਠੇ ਆ, ਉਹ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੂਗਾ, ਪਰ ਕਿਤੇ ਨਾ ਕਿਤੇ ਛਿੱਟੇ ਪੈ ਗਏ। ਦੂਸਰੀ ਗੱਲ ਰਤਨ, ਜਿਹੜੀਆਂ ਆਪਾਂ ਕਹਿ ਲਈਏ ਨਾ ਵੀ ਲੋਕ ਸਭਾ ਚੋਣਾਂ ਵੀ ਬੜੀ ਦੂਰ ਨਹੀਂ ਗਈਆਂ, ਨੇੜੇ ਨਹੀਂ ਗਈ ਜੀ, ਬਿਲਕੁਲ। ਸਾਲ ਤੋਂ ਵੀ ਘੱਟ ਸਮਾਂ ਰਹਿ ਗਿਆ, ਸਮਾਂ 11 ਕੁ ਮਹੀਨਿਆਂ ਦਾ ਸਮਾਂ ਰਹਿ ਗਿਆ। ਸੋ ਉਦੋਂ ਵੀ ਪਤਾ ਲੱਗ ਜੂਗਾ ਉਦੋਂ ਕੀ ਸਾਹਮਣੇ ਆਉਂਦਾ। ਹਾਲਾਂਕਿ ਆਮ ਆਦਮੀ ਪਾਰਟੀ ਨੈਸ਼ਨਲ ਪਾਰਟੀ ਆ, ਆਮ ਆਦਮੀ ਪਾਰਟੀ ਸਾਰੇ ਦੇਸ਼ 'ਚ ਚੋਣਾਂ ਲੜੂਗੀ। ਕੀ ਅਲਾਈਅੰਸ ਕਰਕੇ ਲੜਦੀ ਆ, ਕੀ ਪੋਸਟ ਪੋਲ ਅਲਾਈਅੰਸ ਹੋਊਗਾ ਇਹਨਾਂ ਦਾ ਜਾਂ ਪ੍ਰੀ ਪੋਲ ਹੋਊਗਾ, ਕਿਹਦੇ ਨਾਲ ਹੋਊਗਾ, ਇਹ ਵੀ ਵੱਡਾ ਸਵਾਲ ਆ। ਜਾਂ ਇਕੱਲਿਆਂ ਜੀ ਆਮ ਆਦਮੀ ਪਾਰਟੀ ਮੈਦਾਨ 'ਚ ਹੋਊਗੀ 2024 ਦੇ ਵਿੱਚ। ਅਤੇ ਪੰਜਾਬ ਦੇ ਸਮੀਕਰਨ ਕੀ ਹੋਣਗੇ ਇਹ ਵੀ ਦੇਖਣ ਵਾਲੇ। ਬਾਈ ਇਲੈਕਸ਼ਨ ਨੂੰ ਲੈ ਕੇ ਬਾਈ ਇਲੈਕਸ਼ਨ ਦੇ ਰੁਝਾਨ ਕੁਛ ਹੋਰ ਹੁੰਦੇ ਜੀ, ਬਿਲਕੁਲ। ਬਾਈ ਇਲੈਕਸ਼ਨ 'ਚ ਲੋਕ ਉਸ ਤਰੀਕੇ ਨਾਲ ਰਿਐਕਟ ਨਹੀਂ ਕਰਦੇ। ਬਾਈ ਇਲੈਕਸ਼ਨ ਦਾ ਜਿਵੇਂ ਆਪਾਂ ਗੱਲ ਕਰ ਰਹੇ ਸੀ, ਸਰਕਾਰ ਜਿਵੇਂ ਕੇਜਰੀਵਾਲ ਕਹਿ ਕੇ ਗਏ ਕਿ ਕੰਮ ਤੋਂ ਹਮਾਰੇ ਸੀ ਕਰਾਣੇ ਪੜੇਂਗੇ, ਹੈ ਨਾ। ਜਿਵੇਂ ਆਪਾਂ ਪਿਛਲੇ ਪੋਡਕਾਸਟ 'ਚ ਇਹ ਗੱਲ ਕਹੀ ਸੀ ਕਿ 3 ਰਾਜ ਸਭਾ ਮੈਂਬਰ ਪੂਰਾ ਜ਼ੋਰ ਲੱਗਿਆ ਹੋਇਆ ਸੀ CM ਮਾਨ ਦਾ ਵੀ ਜਿਤਾ ਕੇ ਭੇਜਣੀ ਆ ਸੀਟ। ਸੋ ਚਲੋ ਉਹਨਾਂ ਦਾ ਪਰਸਨਲ ਇੰਟਰਸਟ ਬਹੁਤ ਜ਼ਿਆਦਾ ਸੀਗਾ CM ਮਾਨ ਦਾ। ਸੋ ਕਿਤੇ ਨਾ ਕਿਤੇ ਕਾਫੀ ਜਿਹੜੀਆਂ ਗੱਲਾਂ ਉਹ ਰਲ ਗਈਆਂ ਨੇ ਜੀ। ਸੋ ਇਹ ਅੱਜ ਦਾ ਪੌਡਕਾਸਟ ਸੀ। ਅੱਜ ਦੇ ਚੋਣ ਨਤੀਜੇ ਨੂੰ ਲੈ ਕੇ, ਖਾਸ ਕਰਕੇ ਜਿਹੜੀ ਜਿਮਨੀ ਚੋਣ ਜਲੰਧਰ ਦੇ ਵਿੱਚ ਉਹਦਾ ਨਤੀਜਾ ਆਇਆ ਗਾ, ਆਮ ਆਦਮੀ ਪਾਰਟੀ ਦੀ ਉੱਥੋਂ ਜਿੱਤ ਹੁੰਦੀ ਆ। ਦੂਜੇ ਨੰਬਰ ਦੇ ਉੱਤੇ ਕਾਂਗਰਸ, ਤੀਜੇ ਦੇ ਉੱਤੇ ਜਿਹੜੀ ਸ਼੍ਰੋਮਣੀ ਅਕਾਲੀ ਦਲ BSP, ਤੇ ਚੌਥੇ ਦੇ ਉੱਤੇ ਜਿਹੜਾ ਟਰਨਿੰਗ ਪੁਆਇੰਟ ਆਪਾਂ ਕਹਿ ਦਈਏ ਵੀ ਬਹੁਤ ਵੱਡਾ ਇਸ ਚੋਣਾਂ ਦੇ ਵਿੱਚ, ਜਿਹਨੇ ਇੱਕ ਪਾਰਟੀ ਨੂੰ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਹਾਂ ਵੀ ਵੋਟ ਬੈਂਕ ਇੱਕ ਦਾ ਤੋੜ ਕੇ ਤੇ ਆਪਦੀ ਝੋਲੀ ਦੇ ਵਿੱਚ ਬਟੋਰਿਆ ਹੈਗਾ, ਉਹ BJP, ਤੇ 5ਵੇਂ ਨੰਬਰ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਰਹਿੰਦਾ ਗਾ। ਅੱਗੇ ਫੇਰ ਹਾਜ਼ਰ ਹੋਵਾਂਗੇ ਕਿਸੇ ਹੋਰ ਨਵੇਂ ਪੌਡਕਾਸਟ ਦੇ ਉੱਤੇ, ਕਿਸੇ ਨਵੇਂ ਵਿਸ਼ੇ ਦੇ ਉੱਤੇ ਗੱਲਬਾਤ ਕਰਾਂਗੇ। ਤੁਸੀਂ ਆਪਣੀ ਟਿੱਪਣੀ ਕਰਕੇ ਸਾਨੂੰ ਆਪਦੇ ਸੁਝਾਅ ਜ਼ਰੂਰ ਦੇਣੇ ਆ। ਹੁਣ ਮੈਨੂੰ ਤੇ ਸਿਮਰਨ ਦਿਓ ਇਜਾਜ਼ਤ। ਤੁਸੀਂ ਆਪਣਾ ਸਮਾਂ ਦਿੱਤਾ ਜੀ, ਧੰਨਵਾਦ।